Hello students, welcome in Govinder As। ਅੱਜ ਦੀ ਵੀਡੀਓ ਇਨਵਾਇਰਨਮੈਂਟ ਰਿਲੇਟਡ ਵੋਕੈਬਲਰੀ ਤੇ ਹੈ। ਅਗਰ ਕੋਈ ਸਟੂਡੈਂਟ ਇਸ ਵੋਕੈਬਲਰੀ ਦੇ ਨਾਲ ਫੈਮਲੀਅਰ ਹੋ ਜਾਂਦਾ ਹੈ ਤਾਂ ਉਸ ਨੂੰ ਅਕੈਡਮਿਕ ਆਇਲਸ ਰੀਡਿੰਗ ਵਿੱਚ ਇਨਵਾਇਰਨਮੈਂਟ ਰਿਲੇਟਡ ਜਿਹੜਾ ਪੈਸੇਜ ਆਉਂਦਾ ਹੈ ਉਹਨੂੰ ਰੀਡ ਕਰਨਾ ਸੌਖਾ ਹੋ ਜਾਂਦਾ ਹੈ, ਕਿਉਂਕਿ ਰੀਡਿੰਗ ਆਪਾਂ ਨੂੰ ਤਦ ਹੀ ਔਖੀ ਲੱਗਦੀ ਹੈ ਜਦੋਂ ਆਪਾਂ ਨੂੰ ਉਹਦੇ ਵਿੱਚੋਂ ਕੁਝ ਵਰਡ ਮੀਨਿੰਗ ਦਾ ਨਹੀਂ ਪਤਾ ਹੁੰਦਾ। ਸੋ ਮੇਰੀ ਇਹ ਕੋਸ਼ਿਸ਼ ਹੈ ਕਿ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਵਰਡਸ ਜ਼ਿਆਦਾਤਰ ਇਨਵਾਇਰਨਮੈਂਟ ਦੇ ਨਾਲ ਰਿਲੇਟਡ ਅਕੈਡਮਿਕ ਰੀਡਿੰਗਸ ਦੇ ਵਿੱਚ ਆਉਂਦੇ ਹੈ ਤਾਂ ਮੈਂ ਉਹਨਾਂ ਨੂੰ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਤੁਹਾਨੂੰ ਇਹਦਾ ਮੀਨਿੰਗ ਵੀ ਪੰਜਾਬੀ ਦੇ ਵਿੱਚ ਸਮਝਾਇਆ ਜਾਏਗਾ ਨਾਲ। ਨਾਓ ਲੈਟਸ ਸਟਾਰਟ। The first word is environmental degradation। ਇੱਥੇ degradation ਦਾ ਮਤਲਬ ਹੈ ਵੈਲਿਊ ਨੂੰ ਘਟਾ ਦੇਣਾ। ਸੋ ਇਹਦਾ ਮੀਨਿੰਗ ਹੋ ਗਿਆ ਇਨਵਾਇਰਨਮੈਂਟਲ ਪੋਲਿਊਸ਼ਨ ਮੀਨਸ ਵਾਤਾਵਰਨ ਪ੍ਰਦੂਸ਼ਣ। ਜਦੋਂ ਵਾਤਾਵਰਨ ਦੀ ਵੈਲਿਊ ਘਟਦੀ ਆ ਮਤਲਬ ਉਹਦੇ 'ਚ ਪ੍ਰਦੂਸ਼ਣ ਫੈਲ ਰਿਹਾ ਤਾਂ ਉਦੋਂ ਇਨਵਾਇਰਨਮੈਂਟਲ ਡੀਗ੍ਰੇਡੇਸ਼ਨ ਜਿਹੜਾ ਵਰਡ ਹੈਗਾ ਉਹ ਯੂਜ਼ ਕੀਤਾ ਹੁੰਦਾ ਹੈ ਰੀਡਿੰਗ ਦੇ ਵਿੱਚ ਜ਼ਿਆਦਾਤਰ। ਮੈਨੀ ਹਿਊਮਨ ਐਕਟੀਵਿਟੀਜ਼ ਲੀਡ ਟੂ ਇਨਵਾਇਰਨਮੈਂਟਲ ਡੀਗ੍ਰੇਡੇਸ਼ਨ। ਬਹੁਤ ਸਾਰੀਆਂ ਜਿਹੜੀਆਂ ਹਿਊਮਨ ਐਕਟੀਵਿਟੀਜ਼ ਨੇਗੀਆਂ ਉਹ ਵਾਤਾਵਰਨ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ। ਨੈਕਸਟ ਵਰਡ ਹੈ ਡਿਪਲੀਟ। ਡਿਪਲੀਟ ਦਾ ਮੀਨਸ ਪਲਿਊਟ, ਕੰਟੈਮੀਨੇਟ। ਇਹ ਤਿੰਨੋਂ ਵਰਬ ਨੇ, ਇਹਨਾਂ ਦਾ ਮਤਲਬ ਹੁੰਦਾ ਦੂਸ਼ਿਤ ਕਰਨਾ, ਖਰਾਬ ਕਰਨਾ। ਫੋਰ ਐਗਜ਼ਾਮਪਲ ਨੈਚੁਰਲ ਰਿਸੋਰਸਿਸ ਆਰ ਬੀਇੰਗ ਕੰਟੈਮੀਨੇਟਡ ਬਾਈ ਮੈਨੀ ਫੈਕਟਰੀਜ਼। ਜਿਹੜੇ ਬਹੁਤ ਸਾਰੀਆਂ ਫੈਕਟਰੀਆਂ ਦੁਆਰਾ ਨੈਚੁਰਲ ਰਿਸੋਰਸਿਸ ਨੇ ਉਹਨਾਂ ਨੂੰ ਕੀ ਹੈਗਾ ਬਰਬਾਦ ਕੀਤਾ ਜਾ ਰਿਹਾ ਹੈ, ਖਰਾਬ ਕੀਤਾ ਜਾ ਰਿਹਾ ਹੈ। ਨੈਕਸਟ ਹੈ ਡਿਪਲੀਸ਼ਨ। ਡਿਪਲੀਸ਼ਨ ਦਾ ਮਤਲਬ ਖਾਤਮਾ, ਪ੍ਰਦੂਸ਼ਣ। ਇੱਥੇ ਡਿਪਲੀਸ਼ਨ ਐਜ਼ ਏ ਨਾਊਨ ਯੂਜ਼ ਕਰ ਦਾਂਗੇ ਆਪਾਂ। ਉੱਪਰ ਜਿਹੜੇ ਵਰਡ ਸੀਗੇ ਉਹਦੇ ਵਿੱਚ ਡਿਪਲੀਟ ਇੱਕ ਵਰਬ ਸੀ, ਉਸ ਵਰਬ ਤੋਂ ਹੀ ਬਣਿਆ ਡਿਪਲੀਸ਼ਨ। ਫੋਰ ਐਗਜ਼ਾਮਪਲ ਦਾ ਡਿਪਲੀਸ਼ਨ ਆਫ ਓਜ਼ੋਨ ਲੇਅਰ ਹੈਜ਼ ਬਿਕਮ ਅ ਮੇਜਰ ਕੰਸਰਨ ਦੀਸ ਡੇਜ਼। ਕਹਿਣ ਤੋਂ ਭਾਵ ਜਿਹੜਾ ਓਜ਼ੋਨ ਲੇਅਰ ਹੈ, ਓਜ਼ੋਨ ਲੇਅਰ ਦੇ ਵਿੱਚ ਜਿਵੇਂ ਛੇਦ ਹੋ ਰਹੇ ਨੇ ਅੱਜ ਕੱਲ੍ਹ ਤਾਂ ਉਹ ਕੀ ਹੋ ਰਿਹਾ, ਉਹਦਾ ਖਾਤਮਾ ਹੋ ਰਿਹਾ, ਪ੍ਰਦੂਸ਼ਣ ਹੋ ਰਿਹਾ ਓਜ਼ੋਨ ਲੇਅਰ ਦੇ ਵਿੱਚ। ਹੈਜ਼ ਬਿਕਮ ਜਿਹੜਾ ਕਿ ਅੱਜ ਕੱਲ੍ਹ ਇੱਕ ਕੀ ਹੈਗਾ ਮੇਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਨੈਕਸਟ ਹੈ ਕੰਟੈਮੀਨੇਸ਼ਨ। ਕੰਟੈਮੀਨੇਸ਼ਨ ਮਤਲਬ ਪ੍ਰਦੂਸ਼ਣ, ਦੂਸ਼ਿਤ, ਅਸ਼ੁੱਧੀਕਰਨ। ਤਾਂ ਇਹ ਕੰਟੈਮੀਨੇਟ ਵਰਬ ਤੋਂ ਬਣਿਆ। ਫੋਰ ਐਗਜ਼ਾਮਪਲ ਦਾ ਕੰਟੈਮੀਨੇਸ਼ਨ ਆਫ ਏਅਰ ਲੀਡਸ ਟੂ ਮੈਨੀ ਹੈਲਥ ਇਸ਼ੂਜ਼। ਜਿਹੜੀ ਏਅਰ ਆ, ਏਅਰ ਦਾ ਜਦੋਂ ਅਸ਼ੁੱਧੀਕਰਨ ਹੋ ਜਾਂਦਾ ਮਤਲਬ ਏਅਰ ਪੋਲਿਊਸ਼ਨ ਹੋ ਜਾਂਦਾ ਹੈ ਤਾਂ ਏਅਰ ਪੋਲਿਊਸ਼ਨ ਦੇ ਨਾਲ ਕੀ ਨੇ ਬਹੁਤ ਸਾਰੀਆਂ ਹੈਲਥ ਇਸ਼ੂਜ਼ ਹੋ ਜਾਂਦੇ ਨੇ। ਨੈਕਸਟ ਹੈ ਪੋਲਿਊਟੈਂਟਸ ਔਰ ਕੰਟੈਮੀਨੈਂਟਸ। ਇਹਦਾ ਮਤਲਬ ਹੁੰਦਾ ਪ੍ਰਦੂਸ਼ਕ। ਉਹ ਪਦਾਰਥ ਜਿਹੜੇ ਕਿਸੇ ਚੀਜ਼ ਦੀ ਸ਼ੁੱਧਤਾ ਨੂੰ ਖਰਾਬ ਕਰਦੇ ਨੇ ਉਹਨਾਂ ਨੂੰ ਆਪਾਂ ਖਰਾਬ ਕਰਨ ਵਾਲੇ ਪਦਾਰਥਾਂ ਨੂੰ ਆਪਾਂ ਪੋਲਿਊਟੈਂਟ ਜਾਂ ਕੰਟੈਮੀਨੈਂਟਸ ਕਹਿ ਦਿੰਦੇ ਹਾਂ। ਫੋਰ ਐਗਜ਼ਾਮਪਲ ਦਾ ਟੌਕਸਿਕ ਵੇਸਟ ਰਿਲੀਜ਼ਡ ਫਰੋਮ ਮੈਨੀ ਫੈਕਟਰੀਜ਼ ਇਜ਼ ਕੰਸੀਡਰਡ ਦਾ ਮੇਨ ਪੋਲਿਊਟੈਂਟ ਇਨ ਵਾਟਰ ਸੋਰਸਿਜ। ਜਿਹੜੇ ਇਹ ਵਾਟਰ ਸੋਰਸਿਸ ਨੇ ਕਿ ਜਿੱਥੇ ਪਾਣੀ ਦੇ ਜਿਹੜੇ ਭੰਡਾਰ ਹੁੰਦੇ ਨੇ ਜਿਵੇਂ ਓਸ਼ਨਜ਼ ਹੋ ਗਏ, ਸੀਜ ਹੋ ਗਏ, ਰਿਵਰਸ ਹੋ ਗਈਆਂ, ਜਿਹੜਾ ਫੈਕਟਰੀਆਂ ਦੇ ਵਿੱਚੋਂ ਨਿਕਲਿਆ ਹੋਇਆ ਜ਼ਹਿਰੀਲਾ ਵੇਸਟ ਹੁੰਦਾ ਗਾ ਉਹਨੂੰ ਮੁੱਖ ਪ੍ਰਦੂਸ਼ਕ ਮੰਨਿਆ ਗਿਆ ਗਾ। ਨੈਕਸਟ ਹੈ ਸੋਇਲ ਐਰੋਜਨ। ਐਰੋਜਨ ਦਾ ਮਤਲਬ ਖੁਰਨਾ। ਭੂਮੀ ਦੇ ਖੁਰਨ ਨੂੰ ਆਪਾਂ ਸੋਇਲ ਐਰੋਜਨ ਕਹਿ ਦਿੰਦੇ ਹਾਂ। ਡਿਊ ਟੂ ਦਾ ਐਕਸਪਲੋਇਟੇਸ਼ਨ ਆਫ ਟਰੀਜ਼ ਸੋਇਲ ਐਰੋਜਨ ਹੈਜ਼ ਬਿਕਮ ਅ ਕਾਮਨ ਕੰਸਰਨ ਇਨ ਸਮ ਏਰੀਆਜ਼। ਜਿਹੜਾ ਦਰਖਤਾਂ ਦਾ ਸ਼ੋਸ਼ਣ ਹੈ, ਦਰਖਤਾਂ ਦੀ ਤਹਿਸ਼ ਨਹਿਸ਼ ਕੀਤੀ ਜਾਂਦੀ ਹੈ ਉਹਦੇ ਨਾਲ ਕੀ ਹੈਗਾ ਭੂਮੀ ਖੁਰਨਾ, ਭੂਮੀ ਖੁਰਦੀ ਆ। ਅਤੇ ਇਹ ਭੂਮੀ ਖੁਰਨਾ ਜਿਹੜਾ ਹੈਗਾ ਉਹ ਇੱਕ ਮੁੱਖ ਜਿਹੜੀ ਹੈਗੀ ਉਹ ਚਿੰਤਾ ਬਣੀ ਹੋਈ ਆ ਕਈ ਏਰੀਆ ਦੇ ਵਿੱਚ। ਕਿਉਂਕਿ ਜਿਹੜੇ ਟਰੀਜ਼ ਹੁੰਦੇ ਨੇ ਉਹ ਮਿੱਟੀ ਦੇ ਉੱਪਰਲੀ ਪਰਤ ਨੂੰ ਜਕੜ ਕੇ ਰੱਖਦੇ ਨੇ। ਸੋ ਫਿਰ ਜੇ ਟਰੀਜ਼ ਨਹੀਂ ਹੋਣਗੇ ਤਾਂ ਸੋਇਲ ਐਰੋਜਨ ਹੋਣਾ ਲਾਜ਼ਮੀ ਹੈ। ਨੈਕਸਟ ਹੈ ਲੈਂਡ ਸਲਾਈਡਜ਼। ਲੈਂਡ ਸਲਾਈਡਜ਼ ਦਾ ਮਤਲਬ ਮਿੱਟੀ ਦਾ ਖਿਸਕਣਾ। ਜਿਵੇਂ ਕੋਈ ਡਿੱਗ ਜਾਂਦੀ ਆ, ਮਿੱਟੀ ਦੀ ਪੂਰੀ ਪਰਤ ਖਿਸਕ ਜਾਂਦੀ ਹੈ, ਡਿੱਗ ਜਾਂਦੀ ਹੈ, ਉਸ ਨੂੰ ਲੈਂਡ ਸਲਾਈਡਜ਼ ਕਹਿ ਦਿੰਦੇ ਹੈ। ਨੈਕਸਟ ਵਰਡ ਹੈ ਟਰੈਸ਼। ਟਰੈਸ਼ ਮੀਨਸ ਲਿਟਰ, ਗਾਰਬੇਜ, ਰਬਿਸ਼, ਅਫਿਊਲੈਂਟ। ਇਹਨਾਂ ਸਾਰਿਆਂ ਦਾ ਮਤਲਬ ਹੁੰਦਾ ਹੈ ਵੇਸਟ ਮਟੀਰੀਅਲ, ਰੱਦੀ। ਇੰਡਸਟਰੀਅਲ ਅਫਿਊਲੈਂਟ ਇਜ਼ ਕੰਸੀਡਰਡ ਦਾ ਬਿਗੈਸਟ ਥ੍ਰੈਟ ਟੂ ਦਾ ਇਨਵਾਇਰਨਮੈਂਟ। ਜਿਹੜਾ ਫੈਕਟਰੀ ਦੇ ਵਿੱਚੋਂ, ਇੰਡਸਟਰੀ ਦੇ ਵਿੱਚੋਂ ਨਿਕਲਿਆ ਹੋਇਆ ਵੇਸਟ ਹੁੰਦਾ ਉਹਨੂੰ ਵੱਡਾ ਖਤਰਾ ਮੰਨਿਆ ਗਿਆ ਹੈ ਵਾਤਾਵਰਨ ਦੇ ਲਈ। ਨੈਕਸਟ ਹੈ ਥ੍ਰੈਟ, ਡੇਂਜਰ, ਪੈਰਲ, ਜੈਪਰਡੀ, ਮੈਂਸ, ਹੈਜ਼ਰਡ। ਇਹਨਾਂ ਸਾਰਿਆਂ ਦਾ ਮਤਲਬ ਹੁੰਦਾ ਖਤਰਾ। ਜਦੋਂ ਵੀ ਖਤਰੇ ਦੀ ਗੱਲ ਆਉਂਦੀ ਹੈ ਸਾਰੇ ਦੇ ਸਾਰੇ ਵਰਡਸ ਦੇ ਵਿੱਚੋਂ ਕੋਈ ਵੀ ਵਰਡ ਹੈਗਾ ਜਿਹੜਾ ਤੁਹਾਨੂੰ ਰੀਡਿੰਗ ਦੇ ਵਿੱਚ ਆਮ ਹੀ ਮਿਲ ਜੂਗਾ। ਸੋ ਮੈਂ ਸਾਰੇ ਇੱਥੇ ਇੱਕ ਥਾਵੇਂ ਹੀ ਲਿਖ ਦਿੱਤੇ ਨੇ। ਹਾਂਜੀ, ਇੱਕ ਚੀਜ਼ ਤੁਹਾਨੂੰ ਹੋਰ ਦੱਸਣੀ ਹੈ ਇੱਥੇ ਮੈਂ
कि ਜਿਹੜੇ ਤਾਂ ਸਿਰਫ ਇਹ ਸਾਰੇ ਵਰਡ ਵੈਸੇ ਤਾਂ ਰੀਡਿੰਗ 'ਚ ਮਿਲਣਗੇ ਤੁਹਾਨੂੰ ਤੇ ਤੁਸੀਂ ਇਹਨਾਂ ਦੇ ਮੀਨਿੰਗ ਯਾਦ ਕਰਨੇ ਨੇ, ਬਟ ਕੁਛ ਵਰਡਸ ਨੂੰ ਮੈਂ ਲਾਈਨਸ ਦੇ ਵਿੱਚ ਯੂਜ਼ ਕਰਤਾ। ਸਿਰਫ ਮੈਂ ਉਹਨਾਂ ਨੂੰ ਲਾਈਨਸ ਦੇ ਵਿੱਚ ਯੂਜ਼ ਕੀਤਾ ਜਿਨ੍ਹਾਂ ਨੂੰ ਤੁਸੀਂ ਰਾਈਟਿੰਗ ਟਾਸਕ 2 ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ। ਇਸ ਤਰ੍ਹਾਂ ਤੁਹਾਡੀ ਰਾਈਟਿੰਗ ਟਾਸਕ 2 ਆ ਵੀ ਜਿਹੜਾ ਇਨਵਾਇਰਨਮੈਂਟ ਦੇ ਨਾਲ ਰਿਲੇਟਡ ਕੋਈ ਟੌਪਿਕ ਆ ਜਾਂਦਾ ਤਾਂ ਤੁਹਾਡੇ ਕੋਲੇ ਵੋਕੈਬਲਰੀ ਕਾफ़ी ज़्यादा ਹੋਵੇਗੀ। ਸੋ ਉਹਨਾਂ ਵਰਡਸ ਨੂੰ ਦੁਬਾਰਾ ਤੋਂ फिर एक बार देख लेना जिन्होंने लाइन्स के विच मैं यूज़ किया गा। इस करके अद्धे क वर्ड्स में लाइन यूज़ करता, जिहड़े मैं छड्ड दिते वो राइटिंग दे विच थोड़ा आपां घट यूज़ करते हैं। नैक्सट है डंप। डंप मीनज थ्रो, डिस्कार्ड, सुटना। ये तीनों वर्ब ने। इन्हां दा मतलब जदों वेस्ट नूं हैगा जिहड़ा आपां सुट्टिया जांदा उदों ये वर्ड यूज़ कीते जांदे ने। फॉर एग्जाम्पल मैनी पीपल डिस्कार्ड ओल्ड डैमेज्ड थिंग्स इंस्टैड ऑफ रिपेयरिंग दैम। बहुत सारे लोग पुरानियां खराब हुई चीज़ों को सुट देंगे ने उन्होंने रिपेयर करवाने की बजाय। नैक्सट वर्ड है इनफ्लिक्ट। इनफ्लिक्ट का मतलब होंदा पहुँचाना। स्पैशली जदों किसी चीज़ को नुकसान पहुँचाया जाता वो नुकसान पहुँचाने वास्ते हैगी जिहड़ी वो वर्ब इनफ्लिक्ट यूज़ होंदी आ। फॉर एग्जाम्पल व्हीकल्स इनफ्लिक्ट मच डैमेज टू द एनवायरनमेंट। जिहड़े व्हीकल्स ने वो एनवायरनमेंट को बहुत ज़्यादा नुकसान पहुँचाते हैं। नैक्सट है कलैमिटी मीनज कैटास्ट्रॉफी। आफत मुश्किल उदों ये वर्ड यूज़ कर लेंदे ने। फॉर एग्जाम्पल नैचुरल कलैमिटीज़, नैचुरल कैटास्ट्रॉफीज़, नैचुरल हैज़र्ड्स मीनज कुदरती आफतां, कुदरती मुसीबतां जिमें भूचाल हो गया, हड़ हो गए, ये सारे की ने कुदरती आफतां ने। तो इन्हां दे लई नैचुरल कलैमिटीज़ वगैरह ये वर्ड ने जिहड़े ये यूज़ किए हुए होंदे हैं रीडिंग दे विच। नैक्सट है कलैमिटियस। कलैमिटियस वर्ड हैगा जिहड़ा वो कलैमिटी तो बनिया ते इहदा मतलब होंदा डेंजरस, खतरनाक। फॉर एग्जाम्पल नॉइस पोल्यूशन पुट्स कलैमिटियस इफैक्ट्स ऑन आवर हैल्थ। जिहड़ा नॉइस पोल्यूशन आ वो साडी सेहत ते बहुत ही खतरनाक प्रभाव पाउंदा है। नैक्सट वर्ड है कैटास्ट्रॉफिक सिचुएशन। कैटास्ट्रॉफिक सिचुएशन का मतलब होंदा खतरनाक हालात। इस तो अगे है ड्राउट। ड्राउट मीनज सूखा। नैक्सट है फ्लड। फ्लड मीनज हड़। फ्लड विक्टम्स हड़ पीड़ित जिन्हां ते हड़ का प्रभाव पिया होवे उन्हां लोकां नूं फ्लड विक्टम्स कह दिंदे आ। नैक्सट है फ्लड हिट एरियाज। फ्लड हिट एरियाज मतलब हड़ प्रभावित खेतर जिथे हड़ आया हुआ होवे उस एरियाज नूं की कहंदे ने फ्लड हिट एरियाज कह दिंदे आ। नैक्सट वर्ड है एवैकुएट। एवैकुएट मीनस खाली करवाना। स्पैशली ये वर्ड उदों यूज़ किया जाता है जदों किते कोई फ्लड वगैरह आया हुआ होवे तां उत्थों लोकां नूं डेंजरस सिचुएशन चों कढ के जदों किसी सेफ प्लेस ते उन्हां नूं भेजिया जांदा ਤਾਂ ਉੱਥੋਂ ਖਾਲੀ ਕਰਵਾਉਂਦੇ ਨੇ ਉਹ ਪਲੇਸ ਨੂੰ ਜਦੋਂ ਉਹਨੂੰ ਇਵੈਕੂਏਟ ਕਰਨਾ ਕਹਿ ਦਿੰਦੇ ਆ। ਫॉर एग्जाम्पल आफ्टर फ्लड मैनी पीपल वर इवैकूएटेड फ्रॉम देयर विलेज टू अनदर प्लेस। हड़ आउण तो बाद विच बहुत सारे लोगों ਨੂੰ ਉਹਨਾਂ ਦੇ ਪਿੰਡਾਂ ਤੋਂ ਕਿਸੇ ਹੋਰ ਪਲੇਸ ਤੇ ਭੇਜਿਆ ਗਿਆ मतलब ਉਹਨਾਂ ਨੂੰ ਉੱਥੋਂ ਖਾਲੀ ਕਰਵਾਇਆ ਗਿਆ। ਨੈਕਸਟ है एग्जॉस्ट फ्यूम्स। फ्यूम्स का मतलब होंदा धुआं, एग्जॉस्ट का मतलब वेस्ट। जिहड़ा व्हीकल वेस्ट छड्डदे आ उसनूं एग्जॉस्ट फ्यूम्स कह दिंदे आ। नैक्सट है रिलीज। रिलीज का मतलब अमिट छड्डना। ये वर्ब है। फॉर एग्जाम्पल व्हीकल्स अमिट एग्जॉस्ट फ्यूम्स। व्हीकल्स ने जिहड़ा वो वेस्ट धुआं छड्डदे हन। नैक्सट है अमिशनज। अमिशनज का मतलब यही होंदा वेस्ट ऑफ व्हीकल्स। द अमिशनज ऑफ व्हीकल्स इनफ्लिक्ट मच डैमेज टू द एनवायरनमेंट। जिहड़ा व्हीकल्स तो जिहड़ा वेस्ट हैगा वो निकलने वाला वेस्ट हैगा जिहड़ा वो की एनवायरनमेंट नूं बहुत ज़्यादा नुकसान पहुँचाउंदा है। नैक्सट है ऑबनॉक्सीअस। ऑबनॉक्सीअस मीनज टॉक्सिक, जहरीला। अगर इस दे नाल गैस जला देंगे तो इसका मीनिंग बन जू जहरीलियां गैसां। मैनी फैक्ट्रीज रिलीज ऑबनॉक्सीअस गैसेज इन एनवायरनमेंट। बहुत सारिया जिहड़ियां फैक्ट्रियां नेगियां वो जहरीलियां गैसां ने जिहड़ियां एनवायरनमेंट विच छड्डदियां हन। नैक्सट है ट्रैफिक कंजैशन। ट्रैफिक जैम, ट्रैफिक कंजैशन वर्ड यूज़ कर लेंदे ने जिथे बहुत ज़्यादा ट्रैफिक होवे। नैक्सट है कंजैसटड मीनज क्राउडड। कंजैसटड का मतलब संघना होंदा। कोई प्लेस से ज़्यादा पापूलेशन होवे तो उस चीज़ नूं आपां कंजैसटड एरिया कह दिंदे आ, क्राउडड एरिया कह दिंदे आ।
ਫੋਰ ਐਗਜ਼ਾਮਪਲ ਜਿਵੇਂ ਕਿ ਹੁਣ ਲੋਕ ਰੂਰਲ ਏਰੀਏ ਤੋਂ ਸ਼ਹਿਰਾਂ ਵੱਲ ਨੂੰ ਮੂਵ ਹੋ ਰਹੇ ਨੇ, ਤਾਂ ਹੁਣ ਸ਼ਹਿਰ ਕੀ ਨੇਗੇ, ਇੱਕ ਕੰਜੈਸਟਡ ਪਲੇਸ ਬਣ ਰਹੇ ਨੇ, ਤਾਂ ਇੱਕ ਕਰਾਊਡਡ ਪਲੇਸ ਬਣ ਰਹੇ ਨੇ। ਉਸ ਸਿਚੁਏਸ਼ਨ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ। ਨੈਕਸਟ ਹੈ ਰੀਨਿਊਏਬਲ, ਜਿਵੇਂ ਕਿ ਵਰਡ ਤੋਂ ਹੀ ਪਤਾ ਚੱਲਦਾ, ਰੀ ਦਾ ਮਤਲਬ ਦੁਬਾਰਾ, ਨਿਊਏਬਲ ਮਤਲਬ ਜਿਹਨੂੰ ਦੁਬਾਰਾ ਨਿਊ ਕੀਤਾ ਜਾ ਸਕਦਾ, ਮੀਨਸ ਜਿਸ ਨੂੰ ਦੁਬਾਰਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਜਿਹੜਾ ਰੀਡਿੰਗ ਦੇ ਵਿੱਚ ਆ, ਇਹ ਜ਼ਿਆਦਾਤਰ ਜਿਵੇਂ ਵਰਡ ਯੂਜ਼ ਕੀਤਾ ਜਾਂਦਾ ਹੁੰਦਾ ਰੀਨਿਊਏਬਲ ਸੋਰਸਿਜ, ਉਹ ਸਰੋਤ ਜਿਨ੍ਹਾਂ ਨੂੰ ਫਿਰ ਤੋਂ ਦੁਬਾਰਾ ਪ੍ਰਾਪਤ ਕੀਤਾ ਜਾ ਸਕੇ, ਜਿਵੇਂ ਸੋਲਰ ਐਨਰਜੀ ਹੋ ਗਈ, ਸੂਰਜ ਦੀ ਪਾਵਰ ਹੋ ਗਈ, ਸੂਰਜ ਦੀ ਰੋਸ਼ਨੀ ਹੋ ਗਈ। ਨੈਕਸਟ ਹੈ ਵਿੰਡ ਐਨਰਜੀ, ਇਹ ਕੀ ਨੇਗੇ, ਰੀਨਿਊਏਬਲ ਸੋਰਸਿਜ ਨੇ ਕਿ ਇਹਨਾਂ ਨੂੰ ਦੁਬਾਰਾ ਤੋਂ ਪ੍ਰਾਪਤ ਕੀਤਾ ਜਾ ਸਕਦਾ। ਹੁਣ ਨਾਨ ਰੀਨਿਊਏਬਲ ਸੋਰਸਿਜ ਕਿਹੜੇ ਹੁੰਦੇ ਨੇ, ਉਹ ਸੋਰਸਿਜ ਜਿਨ੍ਹਾਂ ਨੂੰ ਪ੍ਰਾਪਤ ਕਰਨਾ ਦੁਬਾਰਾ ਤੋਂ ਅਸੰਭਵ ਹੋਵੇ। ਫੋਰ ਐਗਜ਼ਾਮਪਲ ਆਇਲ ਹੈ, ਕੋਲ ਹੈ, ਕਿਉਂਕਿ ਇਹਨਾਂ ਨੂੰ ਬਣਨ ਦੇ ਵਿੱਚ ਹਜ਼ਾਰਾਂ ਕਰੋੜਾਂ ਮਿਲੀਅਨ ਸਾਲ ਹੀ ਲੱਗੇ ਨੇ, ਸੋ ਇਹਨਾਂ ਨੂੰ ਦੁਬਾਰਾ ਤੋਂ ਪ੍ਰਾਪਤ ਕਰਨਾ ਉਸੇ ਸਿਚੁਏਸ਼ਨ ਦੇ ਵਿੱਚ ਉਨੀ ਮਾਤਰਾ ਦੇ ਵਿੱਚ ਦੁਬਾਰਾ ਤੋਂ ਪ੍ਰਾਪਤ ਕਰਨਾ ਕੀ ਹੈਗਾ, ਔਖਾ ਗਾ। ਸੋ ਇਹ ਹੋ ਗਏ ਨਾਨ ਰੀਨਿਊਏਬਲ ਸੋਰਸਿਜ। ਇਹਨਾਂ ਨਾਨ ਰੀਨਿਊਏਬਲ ਸੋਰਸਿਜ ਨੂੰ ਕਈ ਵਾਰੀ ਫੋਸਿਲ ਫਿਊਲਸ ਵੀ ਲਿਖਿਆ ਹੁੰਦਾ ਹੈ। ਫੋਸਿਲ ਫਿਊਲਸ ਦਾ ਮਤਲਬ ਹੁੰਦਾ ਪਥਰਾਟ ਬਾਲਣ। ਨੈਕਸਟ ਵਰਡ ਹੈ ਈਕੋ। ਈਕੋ ਮੀਨਸ ਇਨਵਾਇਰਮੈਂਟ ਦੇ ਨਾਲ ਰਿਲੇਟਡ, ਜੋ ਵੀ ਚੀਜ਼ ਇਨਵਾਇਰਮੈਂਟ ਦੇ ਨਾਲ ਰਿਲੇਟਡ ਹੋਊਗੀ ਉਹ ਜ਼ਿਆਦਾਤਰ ਈਕੋ ਤੋਂ ਸ਼ੁਰੂ ਹੁੰਦੀ ਹੋਣੀ ਆ। ਫੋਰ ਐਗਜ਼ਾਮਪਲ ਈਕੋ ਫਰੈਂਡਲੀ, ਈਕੋ ਫਰੈਂਡਲੀ ਉਹ ਚੀਜ਼ ਜਿਹੜੀ ਇਨਵਾਇਰਮੈਂਟ ਨੂੰ ਨੁਕਸਾਨ ਨਾ ਪਹੁੰਚਾਵੇ। ਫੋਰ ਐਗਜ਼ਾਮਪਲ ਬਾਈਸਾਈਕਲਸ ਆਰ ਈਕੋ ਫਰੈਂਡਲੀ, ਬਾਈਸਾਈਕਲਸ ਕੀ ਨੇ, ਈਕੋ ਫਰੈਂਡਲੀ ਨੇ, ਕਿਉਂਕਿ ਨਾ ਤਾਂ ਇਹ ਕੋਈ ਫਿਊਲ ਵਗੈਰਾ ਕੰਜ਼ਿਊਮ ਕਰਦੇ ਨੇ ਅਤੇ ਨਾ ਹੀ ਕੋਈ ਗੈਸੇਜ ਵਗੈਰਾ ਨੂੰ ਰਿਲੀਜ਼ ਕਰਦੇ ਨੇ, ਫਿਊਮਸ ਵਗੈਰਾ ਨੂੰ। ਸੋ ਇਸ ਤਰ੍ਹਾਂ ਜਿਹੜੇ ਬਾਈਸਾਈਕਲਸ ਹੋ ਗਏ ਉਹ ਕੀ ਨੇਗੇ, ਈਕੋ ਫਰੈਂਡਲੀ ਹੋ ਗਏ। ਨੈਕਸਟ ਵਰਡ ਹੈ ਬਾਇਓਡੀਗ੍ਰੇਡੇਬਲ। ਬਾਇਓਡੀਗ੍ਰੇਡੇਬਲ ਮਤਲਬ ਡਿਸਪੋਜੇਬਲ, ਵਿਘਟਨਯੋਗ ਚੀਜ਼ਾਂ, ਜਿਹੜੀਆਂ ਚੀਜ਼ਾਂ ਨੂੰ ਡਿਸਪੋਜ਼ ਕੀਤਾ ਜਾ ਸਕੇ, ਠੀਕ ਹੈ, ਜਿਹੜੀਆਂ ਗਲ ਸੜ ਜਾਣ, ਉਹ ਵੇਸਟ ਮਟੀਰੀਅਲ, ਉਹ ਚੀਜ਼ਾਂ ਨੂੰ ਬਾਇਓਡੀਗ੍ਰੇਡੇਬਲ ਕਹਿ ਦਿੰਦੇ ਆ। ਸੋ ਨਾਨ ਬਾਇਓਡੀਗ੍ਰੇਡੇਬਲ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ, ਜਿਹੜੀਆਂ ਗਲਦੀਆਂ ਸੜਦੀਆਂ ਨਹੀਂ, ਜਿਨ੍ਹਾਂ ਦਾ ਵਿਘਟਨ ਨਹੀਂ ਹੁੰਦਾ। ਫੋਰ ਐਗਜ਼ਾਮਪਲ ਜਿਵੇਂ ਪਲਾਸਟਿਕ ਆ, ਉਹ ਮਿੱਟੀ ਦੇ ਵਿੱਚ ਜੇ ਆਪਾਂ ਉਹਨੂੰ ਸੁੱਟ ਦਈਏ ਗਲਦਾ ਸੜਦਾ ਨਹੀਂ ਆ, ਸੋ ਇਹ ਨਾਨ ਬਾਇਓਡੀਗ੍ਰੇਡੇਬਲ ਹੋ ਗਿਆ। ਨੈਕਸਟ ਵਰਡ ਹੈ ਡੀਕੇ। ਡੀਕੇ ਦਾ ਮਤਲਬ ਗਲਣਾ ਸੜਨਾ। ਮਾਰਸ਼ਲੈਂਡ, ਦਲਦਲ ਵਾਲੀ ਭੂਮੀ। ਕੋਸਟਲ, ਸਮੁੰਦਰੀ ਤੱਟ, ਸਮੁੰਦਰ ਦੇ ਨਾਲ ਲੱਗਦਾ ਏਰੀਆ, ਉਹਨੂੰ ਸਮੁੰਦਰੀ ਤੱਟ ਕਹਿ ਦਿੰਦੇ ਨੇ, ਕੋਸਟਲ ਕਹਿ ਦਿੰਦੇ ਆ। ਨੈਕਸਟ ਹੈ ਆਫਸ਼ੋਰ। ਆਫਸ਼ੋਰ ਦਾ ਮਤਲਬ ਨੀਅਰ ਸੀ, ਸਮੁੰਦਰੀ ਕਿਨਾਰਾ। ਬਾਇਓਡਾਇਵਰਸਿਟੀ, ਬਾਇਓ ਮੀਨਜ ਜੀਵ, ਡਾਇਵਰਸਿਟੀ ਮੀਨਜ ਵਿਭਿੰਨਤਾ, ਵਖਰੇਵਾਂ। ਸੋ ਇਸ ਦਾ ਮੀਨਿੰਗ ਹੋ ਗਿਆ ਜੈਵਿਕ ਵਿਭਿੰਨਤਾ, ਜੀਵਾਂ ਦੇ ਵਿੱਚ ਵਿਭਿੰਨਤਾ। ਫੋਰ ਐਗਜ਼ਾਮਪਲ ਆਈਲੈਂਡਸ ਆਰ ਰਿਚ ਇਨ ਬਾਇਓਡਾਇਵਰਸਿਟੀ, ਜਿਹੜੇ ਆਈਲੈਂਡ ਹੁੰਦੇ ਨੇ ਉੱਥੇ ਬਾਇਓਡਾਇਵਰਸਿਟੀ ਜ਼ਿਆਦਾ ਹੁੰਦੀ ਆ, ਜ਼ਿਆਦਾ ਵਿਭਿੰਨਤਾ ਹੁੰਦੀ ਹੈ। ਨੈਕਸਟ ਹੈ ਗੈਟ ਐਕਸਟਿੰਕਟ। ਇੱਥੇ ਜਿਹੜਾ ਐਕਸਟਿੰਕਟ ਆ, ਮੈਂ ਦੇਖਿਆ ਬਹੁਤੇ ਬੱਚੇ ਇਕੱਲਾ ਐਕਸਟਿੰਕਟ ਵਰਡ ਯੂਜ਼ ਕਰ ਲੈਂਦੇ ਨੇ ਐਜ਼ ਏ ਵਰਬ, ਬਟ ਨਹੀਂ, ਇਹ ਰੋਂਗ ਹੈ। ਇਹਦੇ ਨਾਲ ਕੋਈ ਈਡੀ ਵਗੈਰਾ ਲਾ ਕੇ ਇਹਦੀ ਵਰਬ ਨਹੀਂ ਬਣਦੀ। ਅਗਰ ਤੁਸੀਂ ਚੇਂਜ ਕਰਨਾ ਚਾਹੋਗੇ ਤਾਂ ਗੈਟ ਨੂੰ ਚੇਂਜ ਕਰਨਾ ਪੈਂਦਾ ਗॉट। ਤਾਂ ਗੈਟ ਐਕਸਟਿੰਕਟ ਦਾ ਮਤਲਬ ਕੀ ਹੋ ਗਿਆ, ਡਿਸਅਪੀਅਰ, ਅਲੋਪ ਹੋਣਾ, ਖਤਮ ਹੋ ਜਾਣਾ। ਮੈਨੀ ਸਪੀਸੀਜ਼ ਆਰ ਗੈਟਿੰਗ ਐਕਸਟਿੰਕਟ ਦੀਜ਼ ਡੇਜ਼। ਅੱਜ ਕੱਲ੍ਹ ਬਹੁਤ ਸਾਰੀਆਂ ਜਿਹੜੀਆਂ ਸਪੀਸੀਜ਼ ਨੇਗੀਆਂ, ਪ੍ਰਜਾਤੀਆਂ ਨੇ, ਉਹ ਖਤਮ ਹੋ ਰਹੀਆਂ ਨੇਗੀਆਂ, ਅਲੋਪ ਹੋ ਰਹੀਆਂ ਨੇ। ਨੈਕਸਟ ਹੈ ਕਲਾਈਮੇਟ ਚੇਂਜ, ਜਲਵਾਯੂ ਪਰਿਵਰਤਨ। ਉਸ ਤੋਂ ਅੱਗੇ ਹੈ ਫਲੋਰਾ ਐਂਡ ਫੌਨਾ। ਫਲੋਰਾ ਮੀਨਜ਼ ਫਲਾਰ ਤੋਂ ਲਿਆ ਗਿਆ, ਫਲੋਰਾ ਮੀਨਜ਼ ਹੋ ਗਿਆ ਪੇੜ ਪੌਦੇ, ਫੌਨਾ ਮੀਨਜ਼ ਜੀਵ ਜੰਤੂ। ਸੋ ਜਦੋਂ ਪੇੜ ਪੌਦੇ ਅਤੇ ਜੀਵ ਜੰਤੂ ਆਪਾਂ ਨੇ ਇਕੱਠਾ ਵਰਡ ਯੂਜ਼ ਕਰਨਾ ਹੋਵੇ ਤਾਂ ਉਦੋਂ ਫਲੋਰਾ ਐਂਡ ਫੌਨਾ ਲਿਖਿਆ ਹੁੰਦਾ ਹੈ। ਫੋਰ ਐਗਜ਼ਾਮਪਲ ਦ ਕਲੀਅਰੈਂਸ ਆਫ ਫੋਰੈਸਟ ਹੈਜ਼ ਇੰਪੈਰਲਡ ਫਲੋਰਾ ਐਂਡ ਫੌਨਾ। ਜਿਹੜੇ ਜੰਗਲ ਨੇਗੇ ਜਦੋਂ ਉਹਨਾਂ ਦੀ ਮਤਲਬ ਕਿ ਕਟਾਈ ਕੀਤੀ ਗਈ, ਉਹਨਾਂ ਦਾ ਸਫਾਇਆ ਕੀਤਾ ਗਿਆ, ਤਾਂ ਉਹਦੇ ਨਾਲ ਜਿਹੜੇ ਫਲੋਰਾ ਅਤੇ ਫੌਨਾ ਸੀ, ਜੀਵ ਜੰਤੂ ਅਤੇ ਪੇੜ ਪੌਦੇ ਸੀ, ਉਹਨਾਂ ਨੂੰ ਖਤਰੇ ਵਿੱਚ ਪਾ ਦਿੱਤਾ। ਇੰਪੈਰਲ ਦਾ ਮਤਲਬ ਹੁੰਦਾ ਖਤਰੇ ਵਿੱਚ ਪਾਉਣਾ। ਨੈਕਸਟ ਹੈ ਇਰੀਗੇਸ਼ਨ। ਇਰੀਗੇਸ਼ਨ ਮੀਨਜ਼ ਸਿੰਚਾਈ, ਫਸਲਾਂ ਨੂੰ ਪਾਣੀ ਦੇਣਾ। ਨੈਕਸਟ ਹੈ ਡੈਵਸਟੇਸ਼ਨ। ਡੈਵਸਟੇਸ਼ਨ ਮੀਨਜ਼ ਡਿਸਟਰਕਸ਼ਨ, ਤਬਾਹੀ। ਜਦੋਂ ਬਹੁਤ ਜ਼ਿਆਦਾ ਤਬਾਹੀ ਮਚਾਈ ਵੀ ਹੋਵੇ, ਬਹੁਤ ਜ਼ਿਆਦਾ ਹੋਵੇ, ਤਾਂ ਉਦੋਂ ਡੈਵਸਟੇਸ਼ਨ ਜਾਂ ਡਿਸਟਰਕਸ਼ਨ ਵਰਡ ਯੂਜ਼ ਕੀਤਾ ਹੁੰਦਾ ਹੈ। ਨੈਕਸਟ ਹੈ ਰੀਕ। ਰੀਕ ਦੇ ਵਿੱਚ ਇੱਥੇ ਡਬਲਿਊ ਸਾਈਲੈਂਟ ਆ। ਰੀਕ ਦਾ ਮਤਲਬ ਮਚਾਉਣਾ, ਇਹ ਇੱਕ ਵਰਬ ਹੈ। ਫੋਰ ਐਗਜ਼ਾਮਪਲ ਰੀਕ ਹੈਵਿਕ। ਹੈਵਿਕ ਦਾ ਮਤਲਬ ਵੀ ਤਬਾਹੀ ਹੁੰਦਾ। ਜਦੋਂ ਤਬਾਹੀ ਮਚਾਈ ਜਾਂਦੀ ਆ, ਉਦੋਂ ਮਚਾਉਣ ਵਾਸਤੇ ਜਿਹੜੀ ਵਰਬ ਹੈਗੀ ਉਹ ਜ਼ਿਆਦਾਤਰ ਰੀਕ ਯੂਜ਼ ਕੀਤੀ ਹੁੰਦੀ ਹੈ ਰੀਡਿੰਗ ਦੇ ਵਿੱਚ।
ਨੈਕਸਟ ਹੈ ਕੰਜ਼ਰਵੇਸ਼ਨ। ਕੰਜ਼ਰਵੇਸ਼ਨ ਦਾ ਮਤਲਬ ਹੁੰਦਾ ਸਾਂਭ ਸੰਭਾਲ, ਜਿਵੇਂ ਕਿ ਜਿਹੜੀਆਂ ਪ੍ਰਜਾਤੀਆਂ ਇੰਡੇਂਜਰਡ ਹੁੰਦੀਆਂ ਨੇ, ਖਤਰੇ ਦੇ ਵਿੱਚ ਹੁੰਦੀਆਂ ਨੇਗੀਆਂ, ਉਹਨਾਂ ਨੂੰ ਸਾਂਭ ਸੰਭਾਲ ਦੇ ਲਈ ਕੋਈ ਪਲੇਸ 'ਤੇ ਉਹਨਾਂ ਵਾਸਤੇ ਨਿਵਾਸ ਸਥਾਨ ਪ੍ਰੋਵਾਈਡ ਕੀਤਾ ਜਾਂਦਾ, ਜਿਹੜਾ ਜਿਵੇਂ ਕੰਜ਼ਰਵੇਸ਼ਨ, ਉਦੋਂ ਆਪਾਂ ਵਰਡ ਯੂਜ਼ ਕਰ ਲੈਂਦੇ ਹਾਂ ਕੰਜ਼ਰਵੇਸ਼ਨ ਪ੍ਰੋਗਰਾਮਸ, ਕਿ ਕੰਜ਼ਰਵੇਸ਼ਨ ਮੁਹਿੰਮਸ ਹੁੰਦੀਆਂ ਨੇ ਜਿਹੜੀਆਂ ਉਹ ਚਲਾਈਆਂ ਜਾਂਦੀਆਂ ਨੇ, ਸਾਂਭ ਸੰਭਾਲ। ਕੁੱਲ ਮਿਲਾ ਕੇ ਕੰਜ਼ਰਵੇਸ਼ਨ ਦਾ ਮੀਨਿੰਗ। ਨੈਕਸਟ ਹੈ ਫੈਮਾਈਨ ਮੀਨਸ ਅਕਾਲ, ਫੂਡ ਦੀ ਕਮੀ। ਜਦੋਂ ਕਿਤੇ ਫੂਡ ਦੀ ਕਮੀ ਪੈ ਜਾਵੇ ਉਦੋਂ ਆਪਾਂ ਕਹਿੰਦੇ ਹਾਂ ਉੱਥੇ ਅਕਾਲ ਪੈ ਗਿਆ, ਤਾਂ ਉਹਦੇ ਲਈ ਫੈਮਾਈਨ ਵਰਡ ਯੂਜ਼ ਕਰ ਲੈਂਦੇ ਨੇ। ਇਸ ਤੋਂ ਅੱਗੇ ਕਈ ਵਾਰੀ ਤੁਹਾਨੂੰ ਵਰਡ ਸਟਾਰਵੇਸ਼ਨ ਵੀ ਲਿਖਿਆ ਮਿਲ ਜਾਂਦਾ, ਇਹਦੇ ਨਾਲ ਹੀ ਨੇੜੇ ਤੇੜੇ ਮਿਲਦਾ ਜੁਲਦਾ ਰੀਡਿੰਗ ਦੇ ਵਿੱਚ। ਸਟਾਰਵੇਸ਼ਨ ਦਾ ਮਤਲਬ ਹੁੰਦਾ ਭੁੱਖਮਰੀ, ਹੰਗਰ, ਭੁੱਖਮਰੀ। ਜਦੋਂ ਭੁੱਖਮਰੀ ਹੋ ਜਾਂਦੀ ਹੈ, ਲੋਕਾਂ ਨੂੰ ਫੂਡ ਵਗੈਰਾ ਨਹੀਂ ਮਿਲਦਾ, ਤਾਂ ਉਸ ਨੂੰ ਫੈਮਾਈਨ ਕਹਿ ਦਿੰਦੇ ਨੇ ਕਿ ਉੱਥੇ ਅਕਾਲ ਪੈ ਗਿਆ। ਨੈਕਸਟ ਹੈ ਪ੍ਰੀਡੇਟਰ। ਪ੍ਰੀਡੇਟਰ ਮੀਨਜ਼ ਸ਼ਿਕਾਰੀ, ਜਿਹੜਾ ਦੂਸਰੇ ਜਾਨਵਰਾਂ ਨੂੰ ਮਾਰ ਕੇ ਖਾ ਜਾਂਦਾ, ਉਸ ਨੂੰ ਆਪਾਂ ਕਹਿੰਦੇ ਹਾਂ ਸ਼ਿਕਾਰੀ, ਪ੍ਰੀਡੇਟਰ। ਨੈਕਸਟ ਹੈ ਪੋਚਿੰਗ। ਪੋਚਿੰਗ ਦਾ ਮਤਲਬ ਹੁੰਦਾ ਇਲੀਗਲ ਵੇ ਦੇ ਨਾਲ, ਗੈਰ ਕਾਨੂੰਨੀ ਤਰੀਕੇ ਦੇ ਨਾਲ ਵਾਈਲਡ ਐਨੀਮਲਸ ਨੂੰ ਮਾਰਨਾ, ਉਹਨੂੰ ਪੋਚਿੰਗ ਕਹਿ ਦਿੰਦੇ ਆ। ਨੈਕਸਟ ਹੈ ਪ੍ਰੇ। ਪ੍ਰੇ ਦਾ ਮਤਲਬ ਹੁੰਦਾ ਸ਼ਿਕਾਰ। ਪ੍ਰੀਡੇਟਰ ਹੋ ਗਿਆ ਸ਼ਿਕਾਰੀ, ਪ੍ਰੇ ਹੋ ਗਿਆ ਸ਼ਿਕਾਰ, ਜਿਹਨੂੰ ਮਾਰਿਆ ਜਾਂਦਾ ਜੀਵ ਨੂੰ, ਉਸ ਨੂੰ ਆਪਾਂ ਪ੍ਰੇ ਕਹਿ ਦਿੰਦੇ ਹਾਂ, ਵਿਕਟਿਮ ਕਹਿ ਦਿੰਦੇ ਹਾਂ। ਨੈਕਸਟ ਹੈ ਇਨਡੇਂਜਰਡ ਸਪੀਸੀਜ਼। ਇਨਡੇਂਜਰਡ ਸਪੀਸੀਜ਼ ਜਿਹੜੀਆਂ ਪ੍ਰਜਾਤੀਆਂ ਹੁਣ ਖਤਰੇ ਵਿੱਚ ਨੇ, ਮਤਲਬ ਜੇ ਉਹਨਾਂ ਨੂੰ ਹੁਣ ਉਹਨਾਂ ਦੀ ਸਾਂਭ ਸੰਭਾਲ ਨਾ ਕੀਤੀ ਗਈ ਤਾਂ ਉਹ ਇਸ ਤੋਂ ਬਾਅਦ ਕੀ ਨੇ, ਅਲੋਪ ਹੀ ਹੋ ਜਾਣਗੀਆਂ। ਸੋ ਇਹ ਕੀ ਨੇ ਹੁਣ, ਇੰਡੇਂਜਰਡ ਸਪੀਸੀਜ਼ ਦਾ ਮਤਲਬ ਕੀ ਬਣ ਗਿਆ, ਉਹ ਪ੍ਰਜਾਤੀਆਂ ਜਿਹੜੀਆਂ ਖਤਰੇ ਵਿੱਚ ਨੇ। ਨੈਕਸਟ ਹੈ ਫੋਇਲੇਜ। ਫੋਇਲੇਜ ਦਾ ਮਤਲਬ ਹੁੰਦਾ ਪੱਤੇ, ਜਦੋਂ ਜ਼ਿਆਦਾ ਕਲੈਕਟਿਵ ਵੇ ਦੇ ਨਾਲ ਪੱਤੇ ਪਏ ਹੋਣ ਕਿਤੇ ਇਕੱਠੇ, ਤਾਂ ਉਸ ਨੂੰ ਲੀਵਸ ਨੂੰ ਕੀ ਕਹਿ ਦਿੰਦੇ ਨੇ, ਫੋਇਲੇਜ ਕਹਿ ਦਿੰਦੇ ਆ। ਨੈਕਸਟ ਹੈ ਕੈਨਪੀ। ਕੈਨਪੀ ਦਾ ਮਤਲਬ ਹੁੰਦਾ ਛਤਰੀ। ਕਿਹੜੀ ਛਤਰੀ ਇਹ, ਜਿਹੜੀ ਟਰੀਜ਼, ਜਿਵੇਂ ਕਿ ਟਰੀਜ਼ ਦੇ ਸਿਖਰ 'ਤੇ ਬਹੁਤ ਸਾਰੇ ਜਿਹੜੇ ਪੱਤੇ ਹੁੰਦੇ ਨੇ ਉਹ ਕਈ ਲੇਅਰਸ ਬਣਾ ਲੈਂਦੇ ਨੇ, ਉਹ ਸੰਘਣੇ ਹੋ ਜਾਂਦੇ ਆ, ਤਾਂ ਉਦੋਂ ਕੈਨਪੀ ਬਣ ਜਾਂਦੀ ਆ। ਅਤੇ ਜਾਂ ਜਦੋਂ ਕਿਸੇ ਰੋਡ ਦੇ ਦੋਨੋਂ ਸਾਈਡ ਕੀ ਹੋਣ, ਟਰੀਜ਼ ਹੋਣ, ਤਾਂ ਉੱਪਰੋਂ ਟਰੀਜ਼ ਦੀਆਂ ਜਿਹੜੀਆਂ ਟਹਿਣੀਆਂ ਹੁੰਦੀਆਂ ਨੇ, ਉਹਨਾਂ ਦੇ ਸਿਖਰ ਹੁੰਦੇ ਨੇ, ਆਸ ਵਿੱਚ ਇੱਕ ਦੂਸਰੇ ਦੇ ਨਾਲ ਮਿਕਸ ਜੇ ਹੋ ਜਾਂਦੇ ਨੇ, ਜਿਹਦੇ ਨਾਲ ਉੱਪਰੋਂ ਬਹੁਤ ਹੀ ਸੰਘਣਾ, ਜਿਵੇਂ ਕੋਈ ਕਹਿ ਲਓ ਕਿ ਕੋਰੀਡੋਰ ਬਣ ਜਾਂਦਾ ਹੈ, ਤਾਂ ਉਸ ਚੀਜ਼ ਨੂੰ ਬਣਨ ਨੂੰ ਕੀ ਕਹਿ ਦਿੰਦੇ ਨੇ, ਕੈਨਪੀ ਕਹਿ ਦਿੰਦੇ ਆ। ਨੈਕਸਟ ਹੈ ਐਨਰਜੀ ਐਫੀਸ਼ੀਐਂਟ। ਐਫੀਸ਼ੀਐਂਟ ਦਾ ਮਤਲਬ ਹੁੰਦਾ ਕੁਸ਼ਲ, ਯੋਗ। ਇੱਥੇ ਐਨਰਜੀ ਐਫੀਸ਼ੀਐਂਟ ਦੇ ਵਿੱਚ ਹੁਣ ਦੇਖੋ ਤੁਸੀਂ ਹਾਈਫਨ ਪਾਇਆ ਹੋਇਆ, ਅਤੇ ਜਦੋਂ ਕਿਸੇ ਵਰਡ ਦੇ ਵਿੱਚ ਹਾਈਫਨ ਪਾਇਆ ਹੋਵੇ ਤਾਂ ਤੁਸੀਂ ਉਹਨੂੰ ਉਸੇ ਤਰ੍ਹਾਂ ਹੀ ਸਮਝਣਾ। ਇੱਥੇ ਐਨਰਜੀ ਐਫੀਸ਼ੀਐਂਟ ਦਾ ਮੀਨਿੰਗ ਇਹ ਹੋ ਗਿਆ, ਜਿਹੜੇ ਐਨਰਜੀ ਨੂੰ ਘੱਟ ਯੂਜ਼ ਕਰਦੇ ਨੇ, ਉਹਨਾਂ ਚੀਜ਼ਾਂ ਨੂੰ ਆਪਾਂ ਐਨਰਜੀ ਐਫੀਸ਼ੀਐਂਟ ਕਹਿ ਦਿੰਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕਹਿਣਾ ਹੋਵੇ ਕਿ ਟੈਕਨੋਲੋਜੀ ਕੀ ਕਰ ਸਕਦੀ ਹੈ ਅਜਿਹਾ ਜਿਹਦੇ ਨਾਲ ਆਪਾਂ ਜਿਹੜਾ ਪੋਲਿਊਸ਼ਨ ਹੈਗਾ ਘਟਾਇਆ ਜਾ ਸਕਦਾ ਹੈ, ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਵੀ ਜੇ ਕਾਰਜ ਵਗੈਰਾ ਜਾਂ ਕਿਸੇ ਹੋਰ ਵਹੀਕਲ ਦੇ ਜਿਹੜੇ ਇੰਜਨ ਨੇਗੇ ਉਹ ਅਗਰ ਐਨਰਜੀ ਐਫੀਸ਼ੀਐਂਟ ਹੋਣਗੇ, ਸੋ ਫਿਰ ਉਹ ਘੱਟ ਜਿਹੜਾ ਫੋਸਲ ਫਿਊਲ ਉਹਨੂੰ ਘੱਟ ਕੰਜ਼ਿਊਮ ਕਰਨਗੇ। ਸੋ ਇਸੇ ਲਈ ਇੱਥੇ ਵਰਡ ਕੀ ਯੂਜ਼ ਹੋ ਗਿਆ, ਐਨਰਜੀ ਐਫੀਸ਼ੀਐਂਟ, ਵਹੀਕਲਸ ਜਿਹੜੇ ਐਨਰਜੀ ਨੂੰ ਘੱਟ ਯੂਜ਼ ਕਰਦੇ ਨੇ। ਨੈਕਸਟ ਹੈ ਰਿਜ਼ਰਵਰ। ਰਿਜ਼ਰਵਰ ਮੀਨਜ਼ ਭੰਡਾਰ, ਸਰੋਤ। ਜਿੱਥੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੋਈ ਚੀਜ਼ ਇਕੱਠੀ ਹੋਈ ਹੋਵੇ ਉਹਨੂੰ ਰਿਜ਼ਰਵਰ ਕਹਿੰਦੇ ਨੇ। ਫੋਰ ਐਗਜ਼ਾਮਪਲ ਜਿਵੇਂ ਕਈ ਵਾਰ ਕੀ ਹੁੰਦਾ, ਕਿਸੇ ਏਰੀਏ ਦੇ ਵਿੱਚ ਸੋਕਾ ਪੈ ਜਾਂਦਾ, ਉੱਥੇ ਗਰਾਊਂਡ ਵਾਟਰ ਪਾਣੀ ਪੀਣ ਦੇ ਲਈ ਵੀ ਜਾਂ ਕੋਈ ਹੋਰ ਵਾਟਰ ਫਸਲਾਂ ਦੇ ਲਈ ਘੱਟ ਪੈ ਜਾਂਦਾ, ਤਾਂ ਫਿਰ ਉਹ ਕੀ ਕਰਦੇ ਨੇ, ਜਦੋਂ ਮੀਂਹ ਆਉਂਦਾ ਹੈਗਾ ਤਾਂ ਰੇਨ ਵਾਟਰ ਨੂੰ ਕੀ ਹੈਗਾ ਉੱਥੇ ਜਮ੍ਹਾਂ ਕਰ ਲੈਂਦੇ ਨੇ, ਤਾਂ ਉਹ ਜਮ੍ਹਾਂ ਕੀਤੇ ਹੋਏ ਵਾਟਰ ਨੂੰ ਕੀ ਕਹਿ ਦਾਂਗੇ, ਉਹ ਕੀ ਹੈ, ਇੱਕ ਪਾਣੀ ਦਾ ਕੀ ਹੈਗਾ, ਉਹ ਰਿਜ਼ਰਵਰ ਹੈਗਾ। ਇਸੇ ਤਰ੍ਹਾਂ ਰਿਜ਼ਰਵਰ ਦਾ ਮਤਲਬ ਹੋ ਗਿਆ ਭੰਡਾਰ। ਨੈਕਸਟ ਵਰਡ ਹੈ ਸਮੌਗ। ਸਮੌਗ ਹੈਗਾ ਜਿਹੜਾ ਉਹ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੋਇਆ ਹੈਗਾ, ਇੱਕ ਤਾਂ ਸਮੋਕ, ਦੂਸਰਾ ਫੌਗ। ਸਮੋਕ ਮੀਨਜ਼ ਧੂੰਆਂ, ਫੌਗ ਮੀਨਜ਼ ਧੁੰਦ। ਜਦੋਂ ਸਮੋਕ ਤੇ ਧੂੰਆਂ ਤੇ ਧੁੰਦ ਦੋਨੋਂ ਇਕੱਠੇ ਹੋਣ ਤਾਂ ਉਦੋਂ ਸਮੌਗ ਵਰਡ ਯੂਜ਼ ਕਰ ਲੈਂਦੇ ਆ। ਨੈਕਸਟ ਵਰਡ ਇਜ਼ ਹੈਬੀਟੇਟ। ਹੈਬੀਟੇਟ ਮੀਨਜ਼ ਨਿਵਾਸ ਸਥਾਨ, ਜਿੱਥੇ ਜੀਵ ਜੰਤੂ ਰਹਿੰਦੇ ਨੇ ਉਹਨਾਂ ਦੀ ਰਹਿਣ ਵਾਲੀ ਪਲੇਸ ਨੂੰ ਹੈਬੀਟੇਟ ਕਹਿ ਦਿੰਦੇ ਆ। ਨੈਕਸਟ ਵਰਡ ਹੈ ਡੀਫੋਰੈਸਟ੍ਰੇਸ਼ਨ। ਡੀ ਦਾ ਮਤਲਬ ਨੈਗੇਟਿਵ ਮੀਨਿੰਗ ਹੁੰਦਾ ਜੰਗਲਾਂ ਦੀ ਕਟਾਈ, ਮਤਲਬ ਜੰਗਲਾਂ ਨੂੰ ਕੱਟ ਦੇਣਾ, ਉਹਨੂੰ ਡੀਫੋਰੈਸਟ੍ਰੇਸ਼ਨ ਕਹਿ ਦਿੰਦੇ ਆ। ਅਗਰ ਜੰਗਲਾਂ ਨੂੰ ਦੁਬਾਰਾ ਤੋਂ ਉਗਾਉਣਾ ਹੋਵੇ, ਦੁਬਾਰਾ ਤੋਂ ਭਰਪਾਈ ਕਰਨੀ ਹੋਵੇ, ਤਾਂ ਉਸ ਨੂੰ ਐਫੋਰਸਟੇਸ਼ਨ ਕਹਿ ਦਿੰਦੇ ਨੇ। AF ਉਹਦੇ ਅੱਗੇ ਲੱਗ ਜਾਂਦਾ ਹੈ, ਇਟ ਮੀਨਜ਼ ਜੰਗਲਾਂ ਨੂੰ ਦੁਬਾਰਾ ਤੋਂ ਉਗਾਇਆ ਜਾਂਦਾ ਹੈ। ਨੈਕਸਟ ਹੈ ਡੈਜ਼ਰਟ। ਡੈਜ਼ਰਟ ਮੀਨਜ਼ ਮਾਰੂਥਲ। ਨੈਕਸਟ ਹੈ ਟੌਪ ਸੋਇਲ, ਮਿੱਟੀ ਦੀ ਉੱਪਰਲੀ ਪਰਤ ਜਿਹਦੇ ਵਿੱਚ ਫਸਲਾਂ ਵਗੈਰਾ ਉਗਾਈਆਂ ਜਾਂਦੀਆਂ ਨੇ, ਉਸ ਨੂੰ ਟੌਪ ਸੋਇਲ ਕਹਿੰਦੇ ਆ। ਨੈਕਸਟ ਹੈ ਟਾਈਡਜ਼। ਟਾਈਡਜ਼ ਮੀਨਜ਼ ਵੇਵਜ਼, ਲਹਿਰਾਂ, ਜਿਵੇਂ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਨੇ ਉਹਨਾਂ ਨੂੰ ਟਾਈਡਜ਼ ਜਾਂ ਵੇਵਜ਼ ਕਹਿ ਦਿੰਦੇ ਆ।
ਇਸੇ ਤਰ੍ਹਾਂ ਹੀ ਜਿਹੜੀਆਂ ਲਹਿਰਾਂ ਤੋਂ એનર્ਜੀ ਪ੍ਰੋਡਿਊਸ ਕੀਤੀ ਜਾਂਦੀ ਆ ਉਸ ਨੂੰ ਟਾਈਡਲ એનર્ਜੀ ਕਹਿ ਦਿੰਦੇ ਆ। ਨੈਕਸਟ ਹੈ ਸੈਪਲਿੰਗਸ ਮਤਲਬ ਸਮਾਲ ਪਲਾਂਟਸ, ਛੋਟੇ ਪੌਦਿਆਂ ਨੂੰ ਸੈਪਲਿੰਗਸ ਕਹਿ ਦਿੰਦੇ ਆ। ਸਕੈਰਸਿਟੀ ਮੀਨਸ ਕਮੀ, ਸ਼ਾਰਟੇਜ, ਜਿਵੇਂ ਵਾਟਰ ਵਗੈਰਾ ਦੀ ਕਮੀ ਹੋ ਜਾਂਦੀ ਆ, ਦਾ ਸਕੈਰਸਿਟੀ ਆਫ ਵਾਟਰ ਔਰ ਵਾਟਰ ਸਕੈਰਸਿਟੀ, ਇਸ ਤਰ੍ਹਾਂ ਰੀਡਿੰਗ ਦੇ ਵਿੱਚ ਯੂਜ਼ ਕੀਤਾ ਜਾਂਦਾ ਗਾ। ਜਿਵੇਂ ਨੈਚੁਰਲ ਰਿਸੋਰਸਿਸ ਦੀ ਸਕੈਰਸਿਟੀ ਹੋ ਗਈ, ਇਹਨੂੰ ਆਪਾਂ ਕਹਾਂਗੇ ਸ਼ਾਰਟੇਜ, ਕਿਸੇ ਚੀਜ਼ ਦੀ ਕਮੀ। ਨੈਕਸਟ ਵਰਡ ਹੈ ਮਰੀਨ ਲਾਈਫ। ਮਰੀਨ ਦਾ ਮਤਲਬ ਸਮੁੰਦਰੀ ਜਲ ਜੀਵਨ। ਜਦੋਂ ਵੀ ਸਮੁੰਦਰ ਦੇ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਦੀ ਗੱਲ ਕੀਤੀ ਜਾਊਗੀ ਤਾਂ ਉਦੋਂ ਮਰੀਨ ਲਾਈਫ ਹੈਗਾ ਜਿਹੜਾ ਉਹ ਵਰਡ ਯੂਜ਼ ਕੀਤਾ ਜਾਂਦਾ। ਜਿਵੇਂ ਕਿ ਆਪਾਂ ਜੰਗਲਾਂ ਦੇ ਲਈ ਵਾਈਲਡ ਲਾਈਫ ਯੂਜ਼ ਕਰ ਲੈਂਦੇ ਹਾਂ, ਸੋ ਸਮੁੰਦਰਾਂ ਦੇ ਲਈ ਮਰੀਨ ਲਾਈਫ। ਨੈਕਸਟ ਹੈ ਹੋਸਟਾਈਲ ਐਨਵਾਇਰਨਮੈਂਟ। ਹੋਸਟਾਈਲ ਦਾ ਮਤਲਬ ਹੁੰਦਾ ਵਿਰੋਧੀ ਵਾਤਾਵਰਨ। ਕਹਿਣ ਤੋਂ ਭਾਵ ਇਹ ਹੋ ਗਿਆ ਵੀ ਜਿਵੇਂ ਕਿ ਕੁਛ ਐਨੀਮਲਸ ਨੇਗੇ ਜਿੱਥੇ ਉਹ ਆਪਣੀ ਓਰੀਜਨਲ ਪਲੇਸ 'ਤੇ ਰਹਿੰਦੇ ਆ, ਮੰਨ ਲਓ ਜਦੋਂ ਉਦੋਂ ਉੱਥੋਂ ਉਹਨਾਂ ਦਾ ਹੈਬੀਟੇਟ ਹੈਗਾ ਜਿਹੜਾ ਉਹ ਡਿਸਟਰੋਏ ਕਰ ਦਿੱਤਾ, ਉਹ ਇੱਕ ਨਿਊ ਪਲੇਸ 'ਤੇ ਜਾ ਵੜੀ, ਉੱਥੋਂ ਦਾ ਜਿਹੜਾ ਐਨਵਾਇਰਨਮੈਂਟ ਆ ਉਹ ਉਹਨਾਂ ਦੇ ਰਹਿਣ ਦੇ ਲਈ ਸੂਟੇਬਲ ਨਹੀਂ ਹੈ, ਉਹ ਉਸ ਐਨਵਾਇਰਨਮੈਂਟ ਦੇ ਵਿੱਚ ਆਪਣੇ ਆਪ ਨੂੰ ਢਾਲ ਨਹੀਂ ਸਕਦੇ। ਸੋ ਫਿਰ ਉਹ ਐਨਵਾਇਰਨਮੈਂਟ ਉਹਨਾਂ ਦੇ ਲਈ ਕੀ ਹੋ ਗਿਆ, ਹੋਸਟਾਈਲ ਐਨਵਾਇਰਨਮੈਂਟ ਹੋ ਗਿਆ, ਉਹਨਾਂ ਦਾ ਵਿਰੋਧੀ ਵਾਤਾਵਰਨ ਹੋ ਗਿਆ। ਨੈਕਸਟ ਵਰਡ ਹੈ ਡੈਬਰੀ। ਦੇਖੋ ਡੈਬਰੀ ਦੇ ਵਿੱਚ ਐਸ ਲਿਖੀ ਵੀ ਆ, ਬਟ ਇਹਦੇ ਵਿੱਚ ਕੀ ਹੈਗਾ, ਐਸ ਸਾਈਲੈਂਟ ਆ। ਡਿਪੋਜਿਟਸ, ਮਲਬਾ, ਇਹਦਾ ਮਤਲਬ ਹੋ ਗਿਆ ਵਾਧੂ ਪਦਾਰਥ, ਵਾਧੂ ਮਲਬਾ, ਜਿਹੜਾ ਕਿ ਜਿਵੇਂ ਨਦੀਆਂ ਵਗੈਰਾ ਜਦੋਂ ਵਹਿੰਦੀਆਂ ਨੇਗੀਆਂ ਉਹ ਆਪਣੇ ਪਾਣੀ ਦੇ ਨਾਲ ਹੈਗਾ ਜਿਹੜਾ ਉਹ ਵਾਧੂ ਪਦਾਰਥ ਆ ਗਏ ਜਿਹੜੇ ਉਹ ਲਿਆ ਕੇ ਇੱਕ ਥਾਵੇਂ ਜਮ੍ਹਾਂ ਕਰ ਦਿੰਦੀਆਂ ਨੇਗੀਆਂ ਮਿੱਟੀ ਵਗੈਰਾ ਨੂੰ, ਤਾਂ ਉਸ ਨੂੰ ਆਪਾਂ ਕਹਿੰਦੇ ਆ ਡੈਬਰੀ ਜਾਂ ਡਿਪੋਜਿਟਸ। ਨੈਕਸਟ ਹੈ ਫਲੋਟ ਇੱਕ ਵਰਬ ਹੈ, ਇਹਦਾ ਮਤਲਬ ਹੁੰਦਾ ਹੈ ਪਾਣੀ ਵਿੱਚ ਤੈਰਨਾ। ਸਪੈਸ਼ਲੀ ਜਦੋਂ ਕੋਈ ਵਸਤੂ ਪਾਣੀ ਦੇ ਵਿੱਚ ਤੈਰਦੀ ਆ ਉਦੋਂ ਫਲੋਟ ਵਰਡ ਯੂਜ਼ ਕੀਤਾ ਜਾਂਦਾ। ਜਿਵੇਂ ਤੁਸੀਂ ਦੇਖਿਆ ਹੋਣਾ ਕਈ ਵਾਰੀ ਲੱਕੜੀ ਦੇ ਟੁਕੜੇ ਹੁੰਦੇ ਆ ਜਿਹੜੇ ਉਹ ਪਾਣੀ ਦੇ ਵਿੱਚ ਤੈਰ ਰਹੇ ਹੁੰਦੇ ਨੇ, ਲੱਕੜੀ ਦੇ ਟੁਕੜਿਆਂ ਨੂੰ ਉਹਨਾਂ ਨੂੰ ਕੀ ਕਹਿ ਦਿੰਦੇ ਨੇ, ਲੌਗ ਕਹਿ ਦਿੰਦੇ ਆ, LOG ਲੌਗ। ਨੈਕਸਟ ਹੈ ਸ਼ਿੰਕ ਦਾ ਮਤਲਬ ਡੁੱਬਣਾ। ਜਿਵੇਂ ਕਿ ਪਾਣੀ ਵਾਲੇ ਜਹਾਜ਼ ਨੇ ਜਿਹੜੇ ਸ਼ਿਪ ਨੇ ਉਹ ਸਮੁੰਦਰ ਦੇ ਵਿੱਚ ਜਦੋਂ ਕੋਈ ਡੁੱਬਦਾ ਜਹਾਜ਼ ਤਾਂ ਉਸ ਨੂੰ ਸ਼ਿੰਕ ਕਹਿ ਦਿੰਦੇ ਨੇ। ਇੱਕ ਆਪਾਂ ਸ਼ਿੰਕ ਵਰਡ ਹੋਰ ਵੀ ਕਿਤੇ ਯੂਜ਼ ਕਰ ਸਕਦੇ ਹਾਂ, ਜਿਵੇਂ ਕਿ ਆਈਲੈਂਡਸ ਨੇਗੇ ਜਿਹੜੇ ਉਹ ਪਾਣੀ ਦੇ ਵਿੱਚ ਸਮੁੰਦਰ ਦਾ ਜਦੋਂ ਪਾਣੀ ਹੈਗਾ ਜਿਹੜਾ ਸੀ ਲੈਵਲ ਹੈਗਾ ਜਿਹੜਾ ਉਹ ਰਾਈਜ਼ ਹੋ ਜਾਂਦਾ, ਸਮੁੰਦਰ ਦਾ ਪਾਣੀ ਉੱਪਰ ਉੱਠ ਜਾਂਦਾ, ਤਾਂ ਬਹੁਤ ਸਾਰੇ ਜਿਹੜੇ ਆਈਲੈਂਡਸ ਨੇ ਉਹ ਸਮੁੰਦਰ ਦੇ ਪਾਣੀ ਦੇ ਵਿੱਚ ਹੀ ਡੁੱਬ ਜਾਂਦੇ ਨੇ, ਸਬਮਰਜ ਹੋ ਜਾਂਦੇ ਨੇ। ਸਬਮਰਜ ਦਾ ਮਤਲਬ ਕੀ ਹੋ ਜਾਂਦਾ, ਸਮੁੰਦਰ ਦੇ ਪਾਣੀ ਦੇ ਹੇਠਾਂ ਆ ਜਾਣਾ, ਮਤਲਬ ਸਮੁੰਦਰ ਦੇ ਪਾਣੀ ਦੇ ਵਿੱਚ ਹੀ ਮਿਕਸ ਹੋ ਜਾਣਾ, ਤਾਂ ਉਸ ਨੂੰ ਸਬਮਰਜ ਵੀ ਕਹਿ ਦਿੰਦੇ ਆ। ਨੈਕਸਟ ਵਰਡ ਹੈ ਕ੍ਰੀਏਚਰਸ ਮੀਨਸ ਜੀਵ ਜੰਤੂ। ਇਸ ਤੋਂ ਨੈਕਸਟ ਹੈ ਇਕੋਸਿਸਟਮ ਦਾ ਮਤਲਬ ਇਹ ਹੁੰਦਾ ਹੈ ਲਿਵਿੰਗ ਥਿੰਗਸ ਦਾ ਆਪਣੀ ਇਨਵਾਇਰਨਮੈਂਟ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਆ ਕਿ ਲਿਵਿੰਗ ਥਿੰਗਸ ਆਪਣੀ ਇਨਵਾਇਰਨਮੈਂਟ 'ਤੇ ਕਿਵੇਂ ਡਿਪੈਂਡ ਨੇਗੀਆਂ। ਈਕੋ ਦਾ ਮਤਲਬ ਹੁੰਦਾ ਗਾ ਇਨਵਾਇਰਨਮੈਂਟ, ਸਿਸਟਮ ਦਾ ਮਤਲਬ ਢਾਂਚਾ, ਮਤਲਬ ਜਿਹੜਾ ਇਹ ਵਾਤਾਵਰਨ ਆ ਉਹਦਾ ਢਾਂਚਾ ਕਿਵੇਂ ਚੱਲਦਾ ਹੈ, ਕੀ ਚੀਜ਼ ਹੈ ਇਹ, ਤਾਂ ਉਸ ਨੂੰ ਇਕੋਸਿਸਟਮ ਕਹਿ ਦਿੰਦੇ ਆ। ਨੈਕਸਟ ਹੈ ਆਲਟਰਨੇਟਿਵ ਸੋਰਸੇਜ। ਆਲਟਰਨੇਟਿਵ ਦਾ ਮਤਲਬ ਹੁੰਦਾ ਸਬਸਟੀਟਿਊਟ, ਅਗਰ ਇਸ ਦੇ ਨਾਲ ਸੋਰਸੇਜ ਲੱਗਿਆ ਤਾਂ ਆਪਾਂ ਸੋਰਸੇਜ ਲਿਖ ਦਾਂਗੇ। ਇਹਦਾ ਮਤਲਬ ਹੁੰਦਾ ਬਦਲਾਅ ਮੀਨਸ ਹੁਣ ਦੇਖੋ ਇੱਕ ਐਗਜ਼ਾਮਪਲ ਦੇਖਦੇ ਹਾਂ, ਜਿਵੇਂ ਕਿ ਕੋਲ ਹੈ, ਆਇਲ ਆ, ਇਹ એનર્ਜੀ ਪ੍ਰੋਡਿਊਸ ਕਰਦੇ ਨੇ ਆਮ ਤੌਰ 'ਤੇ, ਇਹਨਾਂ ਤੋਂ એનર્ਜੀ ਪ੍ਰੋਡਿਊਸ ਕੀਤੀ ਜਾਂਦੀ ਆ, ਬਟ ਇਹਨਾਂ ਦੀ ਥਾਂ 'ਤੇ ਜੇ ਆਪਾਂ ਸੋਲਰ એનર્ਜੀ ਪ੍ਰੋਡਿਊਸ ਕਰ ਲਈਏ, ਸੂਰਜ ਤੋਂ એનર્ਜੀ ਪ੍ਰੋਡਿਊਸ ਕਰ ਲਈਏ, ਤਾਂ ਫਿਰ ਕੋਲ ਅਤੇ ਆਇਲ ਦਾ ਜਿਹੜਾ ਆਲਟਰਨੇਟਿਵ ਸੋਰਸ ਹੋ ਗਿਆ ਉਹ ਸੋਲਰ એનર્ਜੀ ਹੋ ਗਈ। ਤਾਂ ਇਸ ਤਰ੍ਹਾਂ ਉਹੀ ਪ੍ਰੋਪਰਟੀ ਨੇਗੀਆਂ ਜਿਹੜੀਆਂ ਉਹ ਕੋਲ ਅਤੇ ਆਇਲ ਦੀਆਂ ਵੀ ਜਿਨ੍ਹਾਂ ਤੋਂ એનર્ਜੀ ਪ੍ਰੋਡਿਊਸ ਕੀਤੀ ਜਾਂਦੀ ਹੈ, ਉਸੇ ਪਰਪਸ ਦੇ ਲਈ ਵੀ ਯੂਜ਼ ਕੀਤੀ ਜਾਂਦੀ ਹੈ એનર્ਜੀ, ਉਸ ਤਰ੍ਹਾਂ ਦੀ એનર્ਜੀ ਕੀ ਆਪਾਂ ਸੋਲਰ ਤੋਂ ਸਨ ਤੋਂ ਪ੍ਰਾਪਤ ਕਰ ਸਕਦੇ ਹਾਂ। ਸੋ ਫਿਰ ਸੋਲਰ એનર્ਜੀ ਕੀ ਹੋ ਗਿਆ, ਆਲਟਰਨੇਟਿਵ ਸੋਰਸ ਹੋ ਗਿਆ ਕੋਲ ਅਤੇ ਆਇਲ ਦਾ। ਇਸ ਤਰ੍ਹਾਂ ਇਹਨੂੰ ਰੀਡਿੰਗ ਦੇ ਵਿੱਚ ਯੂਜ਼ ਕੀਤਾ ਹੁੰਦਾ ਹੈ। ਨੈਕਸਟ ਹੈ ਰਿਲਾਈਏਬਲ ਸੋਰਸੇਜ। ਰਿਲਾਈਏਬਲ ਸੋਰਸੇਜ ਹੁੰਦੇ ਨੇ ਭਰੋਸੇਯੋਗ ਸਰੋਤ, ਮਤਲਬ ਜਿਨ੍ਹਾਂ 'ਤੇ ਆਪਾਂ ਡਿਪੈਂਡ ਕਰ ਸਕਦੇ ਹਾਂ, ਜਿਹੜੇ ਥੋੜ੍ਹੇ ਜਿਹੇ ਟਿਕਾਊ ਹੁੰਦੇ ਨੇ ਉਹਨਾਂ ਨੂੰ ਆਪਾਂ ਰਿਲਾਈਏਬਲ ਸੋਰਸੇਜ ਕਹਿ ਸਕਦੇ ਹਾਂ। ਨੈਕਸਟ ਹੈ ਲੀਥਲ ਮੀਨਜ਼ ਡੈਡਲੀ, ਫੈਟਲ, ਘਾਤਕ, ਜਾਨਲੇਵਾ। ਖਾਸ ਕਰਕੇ ਇਹ ਕਈ ਵਾਰੀ ਆਪਾਂ ਨੂੰ ਲੀਥਲ ਇਨਵਾਇਰਨਮੈਂਟ ਇੱਦਾਂ ਵਰਡ ਯੂਜ਼ ਕੀਤਾ ਹੁੰਦਾ ਕਿ ਜਿਹੜਾ ਉੱਥੋਂ ਦਾ ਇਨਵਾਇਰਨਮੈਂਟ ਐਟਮੋਸਫੀਅਰ ਉਹ ਕੀ ਹੈਗਾ, ਘਾਤਕ ਹੈਗਾ, ਜਾਨਲੇਵਾ ਗਾ, ਮਤਲਬ ਕਿ ਉੱਥੇ ਸਰਵਾਈਵ ਕਰਨਾ ਔਖਾ ਗਾ। ਅਤੇ ਜਾਂ ਫਿਰ ਇਹ ਕਈ ਵਾਰੀ ਕਿਸੇ ਡਿਜ਼ੀਜ਼ ਦੇ ਅੱਗੇ ਲੱਗਿਆ ਹੁੰਦਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਲੀਥਲ ਡਿਜ਼ੀਜ਼, ਘਾਤਕ ਬਿਮਾਰੀ, ਜਾਨਲੇਵਾ ਬਿਮਾਰੀ। ਨੈਕਸਟ ਵਰਡ ਹੈ ਰਜਿਸਟੈਂਟ ਦਾ ਮਤਲਬ ਹੁੰਦਾ ਜਿਹੜਾ ਕਿਸੇ ਚੀਜ਼ ਦੇ ਪ੍ਰਭਾਵ ਨੂੰ ਰੋਕ ਸਕੇ ਜਾਂ ਉਹਨੂੰ ਝੱਲ ਸਕੇ, ਜਿਵੇਂ ਕਿ ਕੈਮੀਕਲ ਰਜਿਸਟੈਂਟ।
ਹੁਣ ਇੱਥੇ ਇਹ ਹੈਗਾ ਵੀ ਜਿਹੜੀ ਵੀ ਚੀਜ਼ ਕੈਮੀਕਲ ਰਜਿਸਟੈਂਟ ਹੋਊਗੀ ਇਹਦਾ ਮਤਲਬ ਉਹਦੇ 'ਤੇ ਕੈਮੀਕਲ ਦਾ ਕੋਈ ਇਫੈਕਟ ਹੀ ਨਹੀਂ ਪੈਣਾ, ਉਹ ਕੈਮੀਕਲ ਨੂੰ ਵੀ ਝੱਲ ਸਕਦੀ ਆ। ਇਸੇ ਤਰ੍ਹਾਂ ਹੀ ਕਈ ਵਾਰੀ ਲਿਖਿਆ ਹੁੰਦਾ ਵਾਟਰ ਰਜਿਸਟੈਂਟ, ਮਤਲਬ ਕੀ ਹੋ ਗਿਆ, ਉਹ ਚੀਜ਼ ਵਾਟਰ ਪ੍ਰੂਫ ਹੋ ਗਈ, ਉਹਦੇ 'ਤੇ ਵਾਟਰ ਦਾ ਕੋਈ ਇਫੈਕਟ ਹੀ ਨਹੀਂ ਪੈਂਦਾ। ਤਾਂ ਇਸ ਦਾ ਆਪੋਜਿਟ ਮੀਨਿੰਗ ਦੇਖੋ ਹੁਣ ਵਲਨਰੇਬਲ ਦੀ ਥਾਂ 'ਤੇ ਪ੍ਰੋਨ ਵੀ ਲਿਖਿਆ ਹੁੰਦਾ, ਜਿਹੜਾ ਕਿਸੇ ਚੀਜ਼ ਦੇ ਪ੍ਰਭਾਵ ਹੇਠ ਛੇਤੀ ਆ ਜਾਵੇ। ਜਿਵੇਂ ਕਿ ਇੱਕ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਵੀ ਜਿਹੜੇ ਚਿਲਡਰਨ ਨੇਗੇ ਉਹਨਾਂ ਨੂੰ ਮੋਸਟ ਵਰਨੇਬਲ ਸੈਕਸ਼ਨ ਆਫ ਦਾ ਸੋਸਾਇਟੀ ਕਿਹਾ ਜਾਂਦਾ, ਕਿਉਂਕਿ ਸਮਾਜ ਦਾ ਇੱਕ ਉਹ ਸੈਕਸ਼ਨ ਆ ਜਿਹੜਾ ਬੱਚੇ ਨੇਗੇ ਨਾ ਉਹਨਾਂ 'ਤੇ ਹਰੇਕ ਚੀਜ਼ ਦਾ ਛੇਤੀ ਇਫੈਕਟ ਪੈ ਜਾਂਦਾ, ਤਾਂ ਉਦੋਂ ਵੀ ਆਪਾਂ ਵਲਨਰੇਬਲ ਕਹਿਤਾ। ਹੁਣ ਇੱਕ ਐਗਜ਼ਾਮਪਲ ਆਪਾਂ ਹੋਰ ਲੈਂਦੇ ਹਾਂ ਵੀ ਜਿਵੇਂ ਹੁਣ ਕਿ ਜਪਾਨ ਆ, ਜਪਾਨ ਦੇ ਵਿੱਚ ਤੁਹਾਨੂੰ ਵੀ ਪਤਾ ਹੋਊਗਾ ਵੀ ਕਿ ਉੱਥੇ ਅਰਥਕਵੇਕ ਆ ਜਾਂਦੇ ਨੇ, ਭੂਚਾਲ ਆਉਂਦੇ ਰਹਿੰਦੇ ਨੇਗੇ। ਸੋ ਫਿਰ ਜਪਾਨ ਕਿਹੜਾ ਏਰੀਆ ਹੋ ਗਿਆ, ਵਲਨਰੇਬਲ ਏਰੀਆ ਹੋ ਗਿਆ, ਅਰਥਕਵੇਕ ਵਲਨਰੇਬਲ ਏਰੀਆ। ਇਸ ਤਰ੍ਹਾਂ ਕਿਉਂਕਿ ਉੱਥੇ ਉਹ ਪ੍ਰਭਾਵ ਕੀ ਆ ਗਏ ਨੇਗੇ, ਛੇਤੀ ਭੂਚਾਲ ਆਉਂਦੇ ਆ, ਤਾਂ ਕਰਕੇ ਜਿਹੜੀ ਚੀਜ਼ ਛੇਤੀ ਪ੍ਰਭਾਵ ਅਧੀਨ ਆ ਜਾਵੇ, ਚਾਹੇ ਉਹ ਏਰੀਆ ਹੋਵੇ ਚਾਹੇ ਪਰਸਨ ਹੋਣ, ਤਾਂ ਉਹਨਾਂ ਲਈ ਆਪਾਂ ਵਲਨਰੇਬਲ ਵਰਡ ਹੈਗਾ ਜਿਹੜਾ ਉਹ ਯੂਜ਼ ਕਰ ਲੈਂਦੇ ਆ। ਨੈਕਸਟ ਹੈ ਪੈਸਟੀਸਾਈਡਜ਼। ਸਾਈਡ ਦਾ ਮਤਲਬ ਜਦੋਂ ਵੀ ਕਿਸੇ ਵਰਡ ਦੇ ਐਂਡ ਤੇ ਤੁਹਾਨੂੰ ਸਾਈਡ ਆ ਜਾਏ ਉਹਦਾ ਮਤਲਬ ਹੁੰਦਾ ਮਾਰਨਾ, ਕਿਲ। ਸੋ ਪੈਸਟੀਸਾਈਡਸ ਦਾ ਮਤਲਬ ਹੋ ਗਿਆ ਕੀਟਨਾਸ਼ਕ। ਕਹਿਣ ਤੋਂ ਭਾਵ ਜਿਹੜਾ ਇਨਸੈਕਟਸ ਨੂੰ ਖਤਮ ਕਰਨ ਵਾਸਤੇ ਕੈਮੀਕਲ ਯੂਜ਼ ਕੀਤਾ ਜਾਂਦਾ ਉਹਨੂੰ ਪੈਸਟੀਸਾਈਡਸ ਕਹਿੰਦੇ ਹੈ। ਨੈਕਸਟ ਹੈ ਆਰਗੇਨਿਜ਼ਮ। ਆਰਗੇਨਿਜ਼ਮ ਦਾ ਮਤਲਬ ਹੁੰਦਾ ਸਮਾਲ ਜੀਵ ਜੰਤੂ, ਇਹਦੇ ਵਿੱਚ ਬੈਕਟੀਰੀਆ ਵੀ ਆ ਜਾਂਦੇ ਹੈ, ਸੂਖਮ ਜੀਵ ਜੰਤੂ ਨੂੰ ਸਟਲ ਵਰਡ ਵੀ ਯੂਜ਼ ਕਰ ਲੈਂਦੇ ਆ ਸੂਖਮ ਦੇ ਵਾਸਤੇ। ਨੈਕਸਟ ਹੈ ਪੋਟੈਂਸ਼ੀਅਲ ਥ੍ਰੈਟਸ। ਪੋਟੈਂਸ਼ੀਅਲ ਦਾ ਮਤਲਬ ਆਉਣ ਵਾਲੇ, ਸੰਭਾਵਿਤ, ਇਹ ਤੋਂ ਮਤਲਬ ਹੋ ਗਿਆ ਕਿ ਆਉਣ ਵਾਲੇ ਖਤਰੇ, ਸੰਭਾਵਿਤ ਖਤਰੇ। ਨੈਕਸਟ ਹੈ ਵੀਡ ਦਾ ਮਤਲਬ ਹੁੰਦਾ ਨਦੀਨ, ਉਹ ਪੌਦੇ ਜਿਹੜੇ ਕਿਸੇ ਫਸਲ ਦੇ ਮੇਨ ਕ੍ਰੌਪ ਦੇ ਵਿੱਚ ਵਾਧੂ ਹਰੇ ਹੋ ਜਾਂਦੇ ਨੇ ਉਹਨਾਂ ਨੂੰ ਨਦੀਨ ਕਹਿੰਦੇ ਨੇ ਵੀਡ। ਫੋਰ ਐਗਜ਼ਾਮਪਲ ਜਿਵੇਂ ਕਿ ਗੁੱਲੀ ਡੰਡਾ ਹੈ, ਉਹ ਕੀ ਇੱਕ ਨਦੀਨ ਹੈ। ਨੈਕਸਟ ਹੈ ਫੋਰੇਜ ਦਾ ਮਤਲਬ ਹੁੰਦਾ ਭੋਜਨ ਦੀ ਭਾਲ ਵਿੱਚ ਜਾਣਾ, ਸਪੈਸ਼ਲੀ ਜਦੋਂ ਐਨੀਮਲਸ, ਬਰਡਸ ਭੋਜਨ ਦੀ ਭਾਲ ਵਿੱਚ ਦੂਰ ਤੱਕ ਸਰਚ ਕਰਨ ਜਾਂਦੇ ਨੇ ਤਾਂ ਉਸ ਨੂੰ ਫੋਰੇਜ ਕਰਨਾ ਕਹਿ ਦਿੰਦੇ ਨੇ। ਇੱਕ ਵਰਬ ਹੈ, ਇਹ ਰੀਡਿੰਗ 'ਚ ਬਹੁਤ ਯੂਜ਼ ਹੁੰਦੀ ਆ। ਨੈਕਸਟ ਹੈ ਵੋਲਕੈਨੋ ਅਰਪਸ਼ਨ। ਵੋਲਕੈਨੋ ਅਰਪਸ਼ਨ ਦਾ ਮਤਲਬ ਹੁੰਦਾ ਜਵਾਲਾਮੁਖੀ ਫਟਣਾ। ਅਰਪਸ਼ਨ ਦਾ ਮਤਲਬ ਫਟਣਾ। ਜਵਾਲਾਮੁਖੀ ਫਟਣਾ ਕਿਵੇਂ ਹੁੰਦਾ, ਜਦੋਂ ਧਰਤੀ ਦੇ ਵਿੱਚ ਹੀਟ ਜ਼ਿਆਦਾ ਹੋ ਜਾਂਦੀ ਆ, ਜ਼ਿਆਦਾ ਗਰਮੀ ਹੋ ਜਾਂਦੀ ਆ, ਤਾਂ ਧਰਤੀ ਦੇ ਅੰਦਰੋਂ ਉੱਪਰ ਤਰੇੜਾਂ ਪੈ ਕੇ, ਕਰੈਕਸ ਪੈ ਕੇ ਹੇਠਾਂ ਤੋਂ ਕੋਈ ਮਲਬਾ ਵਗੈਰਾ ਉੱਪਰ ਨੂੰ ਨਿਕਲਦਾ, ਜਿਹਨੂੰ ਲਾਵਾ ਮੈਗਮਾ ਕਹਿ ਦਿੰਦੇ ਆ, ਤੇ ਉਹ ਬਾਹਰ ਆ ਕੇ ਕੀ ਹੈਗਾ ਧਰਤੀ ਦੀ ਉੱਪਰਲੀ ਪਰਤ 'ਤੇ ਜੰਮ ਜਾਂਦਾ, ਤੇ ਇਸ ਤਰ੍ਹਾਂ ਉਹ ਬਾਹਰ ਨਿਕਲਣ ਦੀ ਜਿਹੜੀ ਅਵਸਥਾ ਹੈਗੀ ਉਹਨੂੰ ਕੀ ਕਹਿੰਦੇ ਨੇ, ਵੋਲਕੈਨੋ ਅਰਪਸ਼ਨ, ਮਤਲਬ ਜਵਾਲਾਮੁਖੀ ਦਾ ਫਟਣਾ। ਨੈਕਸਟ ਹੈ ਬੈਰਨ ਦਾ ਮਤਲਬ ਬੰਜਰ, ਅਨਪ੍ਰੋਡਕਟਿਵ, ਉਹ ਵਾਲੀ ਪਲੇਸ ਜਿੱਥੇ ਕੋਈ ਫਸਲ ਪੈਦਾ ਨਾ ਕੀਤੀ ਜਾ ਸਕੇ, ਉਸ ਪਲੇਸ ਨੂੰ ਬੈਰਨ ਲੈਂਡ ਕਹਿ ਦਿੰਦੇ ਨੇ, ਮਤਲਬ ਬੰਜਰ ਭੂਮੀ। ਇਸ ਦਾ ਆਪੋਜਿਟ ਮੀਨਿੰਗ ਹੁੰਦਾ ਫਰਟਾਈਲ ਦਾ ਮਤਲਬ ਹੁੰਦਾ ਉਪਜਾਊ, ਜਿੱਥੇ ਕੋਈ ਫਸਲ ਹੈਗੀ ਜਿਹਦੀ ਪੈਦਾਵਾਰ ਕੀਤੀ ਜਾਂਦੀ ਹੈ ਫਸਲ ਦੀ, ਉਹ ਫਸਲ ਦੇ ਲਈ ਲਾਹੇਵੰਦ ਹੋਵੇ ਕੋਈ ਮਿੱਟੀ, ਤਾਂ ਉਹਨੂੰ ਆਪਾਂ ਫਰਟਾਈਲ ਸੋਇਲ ਕਹਿ ਦਿੰਦੇ ਹਾਂ। ਤੇ ਇਸ ਤਰ੍ਹਾਂ ਫਰਟਾਈਲ ਵਰਡ ਹੈਗਾ ਜਿਹੜਾ ਉਹ ਉਪਜਾਊ ਦੇ ਲਈ, ਪ੍ਰੋਡਕਟਿਵ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਵਰਡ ਹੈ ਪੋਜ ਥ੍ਰੈਟ ਟੂ। ਪੋਜ ਦਾ ਮਤਲਬ ਇੱਥੇ ਵਰਬ ਹੈ, ਪੋਜ ਕੀ ਆ, ਪਹੁੰਚਾਉਣਾ, ਬਣਨਾ, ਥ੍ਰੈਟ ਟੂ ਖਤਰਾ ਬਣਨਾ। ਕੁੱਲ ਮਿਲਾ ਕੇ ਮੀਨਿੰਗ ਹੋ ਗਿਆ ਕਿਸੇ ਚੀਜ਼ ਨੂੰ ਨੁਕਸਾਨ ਪਹੁੰਚਾਉਣਾ ਜਾਂ ਕਿਸੇ ਦੇ ਲਈ ਖਤਰਾ ਬਣਨਾ। ਫੋਰ ਐਗਜ਼ਾਮਪਲ ਦਾ emissions of vehicles pose a threat to environment। ਜਿਹੜਾ ਵਹੀਕਲਸ ਦੇ ਵਿੱਚੋਂ ਵੇਸਟ ਨਿਕਲਦਾ ਹੈ, ਫਿਊਮਸ ਨਿਕਲਦਾ, ਧੂੰਆਂ ਨਿਕਲਦਾ, ਉਹ ਕੀ ਹੈ, ਵਾਤਾਵਰਨ ਦੇ ਲਈ ਖਤਰਾ ਬਣਦਾ ਹੈ। ਨੈਕਸਟ ਹੈ ਸੈਨੀਟੇਸ਼ਨ ਮੀਨਜ਼ ਸਾਫ ਸਫਾਈ। ਹਿਊਮਿਡਿਟੀ ਮੀਨਜ਼ ਮੋਇਸਚਰ, ਨਮੀ, ਸਿੱਲ, ਉਹਦੇ ਲਈ ਆਪਾਂ ਹਿਊਮਿਡਿਟੀ, ਮੋਇਸਚਰ ਵਰਡ ਹੈਗਾ ਜਿਹੜਾ ਉਹ ਯੂਜ਼ ਕਰ ਸਕਦੇ ਹਾਂ। ਨੈਕਸਟ ਹੈ ਕੰਪੇਨ ਮੀਨਜ਼ ਮੁਹਿੰਮ। ਲਿਵ ਸਟਾਕ ਕਿਹੜੇ ਹੁੰਦੇ ਨੇ, ਉਹ ਐਨੀਮਲਸ ਹੁੰਦੇ ਨੇ ਜਿਹੜੇ ਖੇਤੀ ਦੇ ਨਾਲ ਪਾਲੇ ਜਾਂਦੇ ਨੇ, ਫਾਰਮਿੰਗ ਐਨੀਮਲਸ ਨੂੰ ਕਹਿੰਦੇ ਨੇ ਲਿਵ ਸਟਾਕ। ਨੈਕਸਟ ਹੈ ਅਬੈਪੋਰੇਟ ਦਾ ਮਤਲਬ ਵਾਸ਼ਪ ਬਣਨਾ, ਭਾਫ ਬਣਨਾ, ਪਾਣੀ ਦਾ ਗਰਮ ਹੋ ਕੇ ਭਾਫ ਬਣ ਕੇ ਉੱਡਣਾ, ਉਹਨੂੰ ਅਬੈਪੋਰੇਟ ਕਹਿੰਦੇ ਹੈ। ਨੈਕਸਟ ਹੈ ਥ੍ਰੀਏਟਨ ਦਾ ਮਤਲਬ ਖਤਰੇ ਵਿੱਚ ਪਾਉਣਾ। ਪੈਰੀਸ਼ੇਬਲ, ਜਿਹੜੀਆਂ ਚੀਜ਼ਾਂ ਛੇਤੀ ਖਰਾਬ ਹੋ ਜਾਣ ਉਹਨਾਂ ਨੂੰ ਪੈਰੀਸ਼ੇਬਲ ਕਹਿੰਦੇ ਨੇ, ਤੇ ਜਿਹੜੀਆਂ ਥੋੜ੍ਹੀਆਂ ਜਿਹੀਆਂ ਡਿਊਰੇਬਲ ਹੋਣ, ਸਥਾਈ ਹੋਣ, ਉਹਨਾਂ ਨੂੰ ਨਾਨ ਪੈਰੀਸ਼ੇਬਲ ਕਹਿੰਦੇ ਹੈ। ਅੱਗੇ ਹੈ ਡੈਥ ਟੋਲ ਦਾ ਮਤਲਬ ਮਰਨ ਵਾਲਿਆਂ ਦੀ ਗਿਣਤੀ, ਜੋ ਕਿਸੇ ਐਕਸੀਡੈਂਟ ਦੇ ਵਿੱਚ ਕਹਿ ਲਓ ਜਾਂ ਵਾਰ ਦੇ ਵਿੱਚ, ਯੁੱਧ ਦੇ ਵਿੱਚ, ਮੀਨਜ਼
ਤਾਂ ਉਦੋਂ ਕੀ ਕਹਿੰਦੇ ਨੇ, ਡੈਥ ਟੋਲ ਕਹਿੰਦੇ ਨੇ ਮਰਨ ਵਾਲਿਆਂ ਦੀ ਗਿਣਤੀ ਨੂੰ। ਨੈਕਸਟ ਹੈ ਇਰੀਵਰਸੀਬਲ ਡੈਮੇਜ। ਇਰੀਵਰਸੀਬਲ ਡੈਮੇਜ ਉਹ ਡੈਮੇਜ ਹੁੰਦਾ ਜਿਹਨੂੰ ਚੇਂਜ ਕਰਨਾ, ਜਿਹਨੂੰ ਠੀਕ ਕਰਨਾ ਕੀ ਹੋਵੇ, ਔਖਾ ਹੋਵੇ। ਅਜਿਹਾ ਨੁਕਸਾਨ ਹੋ ਜਾਣਾ ਜਿਹਨੂੰ ਠੀਕ ਕਰਨਾ ਔਖਾ ਹੋ ਜਾਵੇ, ਮਤਲਬ ਉਸ ਨੂੰ ਦੁਬਾਰਾ ਤੋਂ ਪਹਿਲਾਂ ਵਾਲੀ ਹਾਲਾਤ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ, ਤਾਂ ਉਹਨੂੰ ਇਰੀਵਰਸੀਬਲ ਡੈਮੇਜ ਕਹਿ ਦਿੰਦੇ ਆ। ਨੈਕਸਟ ਹੈ ਪੈਡਿਕ। ਪੈਡਿਕ ਵਰਡ ਸਪੈਸ਼ਲੀ ਇੱਕ ਸਮਾਲ ਫੀਲਡ ਹੁੰਦਾ ਜਿੱਥੇ ਹਾਰਸਜ ਨੂੰ ਰੱਖਿਆ ਜਾਂਦਾ, ਮਤਲਬ ਜਿਵੇਂ ਕਿ ਥੋੜ੍ਹੀ ਜਿਹੀ ਹਰਿਆਲੀ ਹੁੰਦੀ ਆ ਉੱਥੇ, ਜਿੱਥੇ ਕੀ ਨੇਗੇ ਹਾਰਸਜ ਨੂੰ ਛੱਡਿਆ ਜਾਂਦਾ ਗਾ ਖਾਸ ਕਰਕੇ, ਉਹ ਫਿਰ ਉਹ ਥੋੜ੍ਹਾ ਬਹੁਤ ਜਿਹੜਾ ਘਾਹ ਵਗੈਰਾ ਉੱਥੋਂ ਚਰ ਲੈਂਦੇ ਨੇ, ਤਾਂ ਉਸ ਪਲੇਸ ਨੂੰ ਪੈਡਿਕ ਕਹਿੰਦੇ ਹੈ। ਨੈਕਸਟ ਵਰਡ ਹੈ ਵੈਮਨਸ। ਵੈਮਨਸ ਦਾ ਮਤਲਬ ਹੁੰਦਾ ਜ਼ਹਿਰੀਲਾ, ਪੋਇਜਨਸ। ਜਿਵੇਂ ਸਨੇਕਸ ਕੀ ਹੁੰਦੇ ਨੇਗੇ, ਵੈਮਨਸ ਹੁੰਦੇ ਨੇ। ਇਹ ਰੀਡਿੰਗ ਦੇ ਵਿੱਚ ਮੋਸਟਲੀ ਜਦੋਂ ਕੋਈ ਜ਼ਹਿਰੀਲੇ ਇਨਸੈਕਟਸ ਦੇ ਉੱਪਰ, ਜੀਵ ਜੰਤੂਆਂ ਦੇ ਉੱਪਰ ਕੋਈ ਟੌਪਿਕ ਆਉਂਦਾ, ਉਦੋਂ ਵੈਮਨਸ ਵਰਡ ਹੈਗਾ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਵਰਡ ਹੈ ਕ੍ਰਾਈਸਿਸ। ਕ੍ਰਾਈਸਿਸ ਮੀਨਸ ਸੰਕਟ। ਫੋਰ ਐਗਜ਼ਾਮਪਲ ਜ਼ਿਆਦਾਤਰ ਜਿਵੇਂ ਆਪਾਂ ਕਹਿ ਸਕਦੇ ਹਾਂ ਐਨਰਜੀ ਕ੍ਰਾਈਸਿਸ, ਮਤਲਬ ਕੀ ਆ, ਐਨਰਜੀ ਦਾ ਸੰਕਟ ਆਇਆ ਪਿਆ, ਜਿੰਨੀ ਐਨਰਜੀ ਦੀ ਲੋੜ ਹੈ ਉਨੀ ਐਨਰਜੀ ਹੈਗੀ ਜਿਹੜੀ, ਉਨੀ ਪਾਵਰ ਹੈਗੀ ਜਿਹੜੀ ਉਹ ਪ੍ਰੋਡਿਊਸ ਨਹੀਂ ਹੋਈ ਹੁੰਦੀ। ਜਾਂ ਆਪਾਂ ਕਹਿ ਸਕਦੇ ਹਾਂ ਜਿਵੇਂ ਇਕਨੋਮਿਕ ਕ੍ਰਾਈਸਿਸ, ਮਤਲਬ ਕੀ ਹੈ ਅਰਥ ਵਿਵਸਥਾ ਦਾ ਸੰਕਟ ਆਇਆ ਹੋਇਆ ਹੈਗਾ। ਜਾਂ ਆਪਾਂ ਫਿਰ ਕਹਿ ਸਕਦੇ ਹਾਂ ਇਨਵਾਇਰਮੈਂਟਲ ਕ੍ਰਾਈਸਿਸ। ਇਨਵਾਇਰਮੈਂਟਲ ਕ੍ਰਾਈਸਿਸ ਮਤਲਬ ਇਨਵਾਇਰਮੈਂਟਲ ਦਾ ਜਿਹੜਾ ਵਾਤਾਵਰਨ ਦਾ ਸੰਕਟ ਹੈ ਉਸ ਨੂੰ ਆਪਾਂ ਇਨਵਾਇਰਮੈਂਟਲ ਕ੍ਰਾਈਸਿਸ ਵਰਡ ਯੂਜ਼ ਕਰ ਲੈਂਦੇ ਹਾਂ। ਨੈਕਸਟ ਹੈ ਕੰਬਸਚਨ। ਕੰਬਸਚਨ ਦਾ ਮਤਲਬ ਹੁੰਦਾ ਜਲਣਾ। ਕੋਈ ਚੀਜ਼ ਜਿਹੜੀ ਜਲ ਜਾਂਦੀ ਹੈ ਛੇਤੀ, ਜਿਹੜੀ ਅੱਗ ਫੜ ਲੈਂਦੀ ਉਹਨੂੰ ਕੰਬਸਚਨ ਕਹਿੰਦੇ ਹੈ। ਨੈਕਸਟ ਹੈ ਟਿੰਬਰ। ਟਿੰਬਰ ਮੀਨਸ ਲੱਕੜੀ। ਇਕੋਲੋਜੀਕਲ ਬੈਲੈਂਸ ਹੈ। ਇਕੋਲੋਜੀਕਲ ਬੈਲੈਂਸ ਮਤਲਬ ਕੁਦਰਤ ਦਾ ਸੰਤੁਲਨ, ਜਿਹੜਾ ਇਹਦੇ ਵਿੱਚ ਆਪਣੇ ਵਾਤਾਵਰਨ ਦੇ ਵਿੱਚ, ਈਕੋਸਿਸਟਮ ਦੇ ਵਿੱਚ ਜਿਹੜਾ ਬੈਲੈਂਸ ਆ ਉਸ ਨੂੰ ਕੀ ਕਹਿੰਦੇ ਨੇ, ਇਕੋਲੋਜੀਕਲ ਬੈਲੈਂਸ ਕਹਿ ਦਿੰਦੇ ਆ। ਨੈਕਸਟ ਹੈ ਸਰਵਾਈਵਲ। ਸਰਵਾਈਵਲ ਮੀਨਸ ਐਗਜ਼ਿਸਟੈਂਸ, ਹੋਂਦ, ਮੌਜੂਦਗੀ, ਵੀ ਕਿੱਦਾਂ ਸਰਵਾਈਵ ਕਰਦੇ ਆ। ਜਿਵੇਂ ਹੁਣ ਆਪਣੀ ਇਸ ਧਰਤੀ 'ਤੇ ਕੀ ਆ, ਸਰਵਾਈਵਲ ਆ, ਦਾ ਸਰਵਾਈਵਲ ਆਫ, ਇੱਦਾਂ ਇਹਨੂੰ ਯੂਜ਼ ਕੀਤਾ ਜਾਂਦਾ। ਐਗਜ਼ਿਸਟੈਂਸ ਦਾ ਮਤਲਬ ਵੀ ਇੱਦਾਂ ਹੀ ਹੁੰਦਾ, ਮੌਜੂਦਗੀ ਜਾਂ ਹੋਂਦ। ਹਾਈਡਰੋ ਇਲੈਕਟ੍ਰਿਕ ਪਾਵਰ। ਹਾਈਡਰੋ ਮਤਲਬ ਵਾਟਰ ਹੁੰਦਾ, ਜਿਹੜੀ ਪਾਣੀ ਤੋਂ ਪੈਦਾ ਕੀਤੀ ਜਾਂਦੀ ਹੈਗੀ ਪਾਵਰ, ਉਹਨੂੰ ਹਾਈਡਰੋ ਇਲੈਕਟ੍ਰਿਕ ਪਾਵਰ ਕਹਿ ਦਿੰਦੇ ਹੈ। ਨੈਕਸਟ ਹੈ ਅਕੁਏਟਿਕ। ਅਕੁਏਟਿਕ ਕੀ ਹੁੰਦਾ, ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਹੁੰਦੇ ਨੇ ਉਹਨਾਂ ਨੂੰ ਅਕੁਏਟਿਕ ਕਹਿ ਦਿੰਦੇ ਆ। ਜਿਵੇਂ ਫਿਸ਼ ਕੀ ਹੈ, ਇੱਕ ਅਕੁਏਟਿਕ ਹੈ। ਨੈਕਸਟ ਹੈ ਲੌਗਿੰਗ ਐਕਟੀਵਿਟੀ। ਲੌਗਿੰਗ ਐਕਟੀਵਿਟੀ ਉਹ ਪ੍ਰੋਸੈਸ ਜਿਹੜਾ ਜਿਹਦੇ ਵਿੱਚ ਬਹੁਤ ਸਾਰੇ ਦਰਖਤਾਂ ਦੀ ਕਟਾਈ ਕੀਤੀ ਜਾਂਦੀ ਆ, ਉਹਨੂੰ ਕਹਿ ਦਿੰਦੇ ਆ ਲੌਗਿੰਗ ਐਕਟੀਵਿਟੀ, ਮਤਲਬ ਦਰਖਤਾਂ ਦੀ ਕਟਾਈ ਕਰਨਾ। ਨੈਕਸਟ ਹੈ ਰਿਪਲੈਨਿਸ਼। ਰਿਪਲੈਨਿਸ਼ ਦਾ ਮਤਲਬ ਭਰਨਾ। ਇੱਥੇ ਭਰਨ ਦਾ ਮਤਲਬ ਫਿਲ ਵਗੈਰਾ ਨਹੀਂ ਆ, ਇੱਥੇ ਦਾ ਮਤਲਬ ਇਹ ਹੈ ਜਦੋਂ ਕੋਈ ਚੀਜ਼ ਵਰਤ ਲਈ ਜਾਵੇ ਉਸ ਨੂੰ ਦੁਬਾਰਾ ਤੋਂ ਪਹਿਲਾਂ ਵਾਲੀ ਹਾਲਤ ਵਿੱਚ ਲਿਆਉਣਾ ਹੋਵੇ। ਕਹਿਣ ਤੋਂ ਭਾਵ ਵੀ ਜਿਵੇਂ ਹੁਣ ਕੁਦਰਤ ਹੈ, ਕੁਦਰਤ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਿੰਦੀ ਆ, ਆਪਾਂ ਨੇਚਰ ਨੂੰ ਇਸ ਤਰੀਕੇ ਦੇ ਨਾਲ ਜਾਂ ਨੈਚੁਰਲ ਰਿਸੋਰਸਿਸ ਨੂੰ ਇੰਨੇ ਇਹੋ ਜਿਹੇ ਤਰੀਕੇ ਦੇ ਨਾਲ ਯੂਜ਼ ਕਰ ਲਿਆ ਕਿ ਨੇਚਰ ਨੂੰ ਖੁਦ ਨੂੰ ਉਹਨਾਂ ਨੂੰ ਦੁਬਾਰਾ ਤੋਂ ਉਨੀ ਕੀ ਮਾਤਰਾ ਦੇ ਵਿੱਚ ਲਿਆਉਣ ਵਾਸਤੇ ਰਿਪਲੈਨਿਸ਼ ਕਰਨ ਦੇ ਲਈ ਆਪਾਂ ਉਹਨੂੰ ਮੌਕਾ ਹੀ ਨਹੀਂ ਦੇ ਰਹੇ। ਤਾਂ ਰਿਪਲੈਨਿਸ਼ ਦਾ ਮਤਲਬ ਫਿਰ ਖੁਦ ਭਰਪਾਈ ਕਰਨਾ, ਮੁਰੰਮਤ ਕਰਨਾ। ਜਿਵੇਂ ਨੇਚਰ ਚੀਜ਼ਾਂ ਦੀ ਖੁਦ ਰਿਪਲੈਨਿਸ਼ ਕਰਦੀ ਹੈ ਕਿ ਉਹਦੀ ਭਰਪਾਈ ਕਰ ਲੈਂਦੀ ਹੈ। ਜੇ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਤਾਂ ਉਹਨਾਂ ਚੀਜ਼ਾਂ ਨੂੰ ਖੁਦ ਨੇਚਰ ਹੈਗੀ ਜਿਹੜੀ ਉਹ ਆਪਣੇ ਆਪ ਹੀ ਆਟੋਮੈਟਿਕ ਹੀ ਠੀਕ ਕਰਦੀ ਆ। ਤਾਂ ਉਹਨੂੰ ਠੀਕ ਕਰਨ ਨੂੰ ਕੀ ਕਹਿੰਦੇ ਹੁੰਦੇ ਨੇ, ਰਿਪਲੈਨਿਸ਼ ਕਰਨਾ। ਰਿਪਲੈਨਿਸ਼ ਵਰਬ ਯੂਜ਼ ਕੀਤੀ ਜਾਂਦੀ ਆ। ਨੈਕਸਟ ਹੈ ਪਰਕੂਲੇਟ। ਪਰਕੂਲੇਟ ਵੀ ਇੱਕ ਵਰਬ ਹੈ। ਇਹਦਾ ਮਤਲਬ ਹੁੰਦਾ ਕਿਸੇ ਲਿਕੁਇਡ ਦਾ ਕਿਸੇ ਸਮੌਲ ਹੋਲਸ ਦੇ ਰਾਹੀਂ ਹੌਲੀ ਹੌਲੀ ਬਹਿਣਾ। ਫੋਰ ਐਗਜ਼ਾਮਪਲ ਜਿਵੇਂ ਹੁਣ ਰੇਨ ਵਾਟਰ ਆਉਂਦਾ ਹੈ, ਉਹ ਹੌਲੀ ਹੌਲੀ ਧਰਤੀ ਦੇ ਵਿੱਚ ਚਲਿਆ ਜਾਂਦਾ ਹੈ, ਤਾਂ ਉਸ ਨੂੰ ਕੀ ਕਹਿ ਸਕਦੇ ਆਪਾਂ, ਪਰਕੂਲੇਟ। ਜਿਹੜਾ ਸਿਮ ਕੇ ਪਾਣੀ ਜਾਂਦਾ ਉਹਨੂੰ ਆਪਾਂ ਪਰਕੂਲੇਟ ਕਰਨਾ ਕਹਿ ਦਿੰਦੇ ਹਾਂ। ਨੈਕਸਟ ਹੈ ਬਫੇਟ। ਬਫੇਟ ਦਾ ਮਤਲਬ ਇਹਦੇ ਵਿੱਚ ਸਾਈਲੈਂਟ, ਇਸ ਦਾ ਮਤਲਬ ਹੈ ਬਫੇ। ਜਦੋਂ ਦੋਹਾਂ ਪਾਸਿਆਂ ਤੋਂ ਕਿਸੇ ਬੋਟ ਨੂੰ ਜਾਂ ਕਿਸੇ ਚੀਜ਼ ਨੂੰ ਧੱਕਾ ਲੱਗਦਾ, ਜਿਵੇਂ ਕਿ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਨੇ, ਉਹ ਦੋਨਾਂ ਪਾਸਿਆਂ ਤੋਂ ਹੀ ਬੋਟ ਨੂੰ ਹੈਗੀ ਜਿਹੜੀ ਆ ਹੈ ਨਾ, ਉਹਨੂੰ ਧੱਕਦੀਆਂ ਨੇਗੀਆਂ, ਰਫ ਵੇ ਦੇ ਨਾਲ ਧੱਕਦੀਆਂ ਨੇ, ਤਾਂ ਉਹਨੂੰ ਬਫੇ ਕਹਿ ਦਿੰਦੇ ਆ। ਤਾਂ ਇੱਕ ਵਰਬ ਹੈ, ਇਹਦੇ ਵਿੱਚ ਸਾਈਲੈਂਟ ਹੈ। ਇਹ ਵੀ ਰੀਡਿੰਗ ਦੇ ਵਿੱਚ ਲਿਖਿਆ ਹੁੰਦਾ। ਜਦੋਂ ਸਪੈਸ਼ਲੀ ਕੋਈ ਰੀਡਿੰਗ ਦੇ ਵਿੱਚ ਟੌਪਿਕ ਆ ਜਾਵੇ, ਸਮੁੰਦਰਾਂ ਦੇ ਨਾਲ ਰਿਲੇਟਡ ਕੋਈ ਟੌਪਿਕ ਹੋਵੇ, ਤਾਂ ਉਦੋਂ ਜ਼ਿਆਦਾਤਰ ਇਹ ਵਰਡ ਨੂੰ ਯੂਜ਼ ਕੀਤਾ ਹੁੰਦਾ ਹੈ। ਨੈਕਸਟ ਹੈ ਹੈਵੀ ਟਾਲ। ਹੈਵੀ ਦਾ ਮਤਲਬ ਬਹੁਤ ਜ਼ਿਆਦਾ, ਟਾਲ ਮੀਨਸ ਪ੍ਰਭਾਵ, ਬਹੁਤ ਜ਼ਿਆਦਾ ਬੁਰਾ ਪ੍ਰਭਾਵ ਹੋਵੇ ਜਦੋਂ ਆਪਾਂ ਉਹਦੇ ਲਈ ਵਰਡ ਯੂਜ਼ ਕਰ ਲੈਂਦੇ ਹਾਂ ਹੈਵੀ ਟਾਲ। ਨੈਕਸਟ ਵਰਡ ਹੈ ਨੋਕਟਰਨਲ ਐਨੀਮਲਸ।
ਜਿਹੜੇ ਐਨੀਮਲਸ ਰਾਤ ਨੂੰ ਜਾਗਦੇ ਆ ਜਾਂ ਰਾਤ ਨੂੰ ਹੀ ਸਰਵਾਈਵ ਕਰਦੇ ਨੇ, ਡੇ ਟਾਈਮ ਉਹ ਘੁੰਮਦੇ ਨਹੀਂ ਹੈ, ਡੇ ਟਾਈਮ ਬਾਹਰ ਨਹੀਂ ਨਿਕਲਦੇ, ਸਿਰਫ ਰਾਤ ਨੂੰ ਹੀ ਬਾਹਰ ਨਿਕਲਦੇ, ਆਪਣਾ ਫੂਡ ਵਗੈਰਾ ਵੀ ਰਾਤ ਨੂੰ ਹੀ ਖਾਂਦੇ ਆ ਉਹ, ਤਾਂ ਉਹ ਨੋਕਟਰਨਲ ਐਨੀਮਲਸ ਨੇਗੇ। ਦੈਟਸ ਆਲ। ਇਹ ਵੀਡੀਓ ਹੈਗੀ ਜਿਹੜੀ ਇਹ ਸਾਰੇ ਦੇ ਸਾਰੇ ਮੈਂ ਕੋਸ਼ਿਸ਼ ਕੀਤੀ ਹੈ এনवायरमेंट ਦੇ ਨਾਲ ਰਿਲੇਟਡ ਇਹਦੇ ਵਿੱਚ ਵੋਕੈਬਲਰੀ ਵਰਡ ਪਾਉਣ ਦੀ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਐਂਡ ਲਾਈਕ ਕਰਨਾ ਨਾ ਭੁੱਲਣਾ। ਥੈਂਕ ਯੂ ਫॉर ਵਾਚਿੰਗ।